सत श्री अकाल। तुसीं वेख रहे हो पंजाब मेल USA TV। मैं हाँ संजीव यश खन्ना। 220 मिलियन डॉलर्स, यस 220 मिलियन डॉलर्स 3 बिलियनेयर्स ने खर्च कर दिते ने हुण तक डोनाल्ड ट्रंप नूं प्रेजिडेंट ऑफ अमेरिका बनाउण दे वास्ते सैकेंड टाइम। एलॉन मस्क, मिरेन एडोल्सन, डिक यूहिलियन, ये तिन्हां ने 220 मिलियन डॉलर्स। वाह। ਤਾਂ ਦੇਖੋ ਹੁਣ ਇਹ ਪੈਸੇ ਦਾ ਜਾਦੂ ਕੀ ਕਰਕੇ ਵਿਖਾਉਂਦਾ ਹੈ। ਔਰ ਐਲਨ ਮਸਕ ਦੇ 8 ਲੱਖ ਵੋਟਰਸ ਵੀ ਲੈ ਕੇ ਆ ਰਹੇ ਨੇ ਡੋਨਾਲਡ ਟਰੰਪ ਵਾਸਤੇ, ਤੇ ਬਾਕੀ ਦੋ ਉਹਨਾਂ ਦੇ ਸਾਥੀ ਕਿੰਨੀਆਂ ਵੋਟਾਂ ਲੈ ਕੇ ਆਉਣਗੇ ਇਹ ਤੇ ਨਵੰਬਰ 5 ਨੂੰ ਪਤਾ ਲੱਗਣਾ ਹੈ। ਸੋ ਇਸ ਵਕਤ ਮਤਲਬ ਘੋੜੇ ਤੇ ਚੜੇ ਹੋਏ ਨੇ ਡੋਨਾਲਡ ਟਰੰਪ, ਦੁਲਾ ਮੀਆਂ ਬਣੇ ਹੋਏ ਨੇ, ਹੈ ਨਾ, ਤੇ ਬਰਾਤ ਸਜੀ ਹੋਈ ਹੈ, ਬੈਂਡ ਬਾਜਾ ਵੱਜਦਾ ਪਿਆ, ਤੇ ਹੁਣ ਦੇਖੋ ਵਿਆਹ ਕਿਹਦਾ ਹੁੰਦਾ ਤੇ ਦੁਲਹਨ ਕੌਣ ਲੈ ਕੇ ਜਾਂਦਾ, ਯਾਨੀ ਕਿ ਨਵੰਬਰ 5 ਨੂੰ ਕੌਣ ਵੋਟਾਂ ਜਿੱਤਦਾ। ਸੋ ਉਧਰੋਂ ਕਮਲਾ ਹੈਰਿਸ ਵੀ ਸੱਜ ਬੱਜ ਕੇ, ਹੈ ਨਾ, ਉਹ ਵੀ ਘੋੜੇ 'ਤੇ ਚੜੇ ਹੋਏ ਨੇ। ਮਤਲਬ ਇਹਦੇ ਵਿੱਚ ਦੋਵੇਂ ਹੀ ਲਾੜੇ ਨੇ, ਦੋਵੇਂ ਹੀ ਦੁਲਾ ਮੀਆਂ ਨੇ, ਹੈ ਨਾ, ਤੇ ਦੋਵਾਂ ਨੇ ਵਿਆਹ ਕਰਨਾ, ਦੁਲਹਨ ਵਿਆਹਣੀ ਹੈ, ਵਹੁਟੀ ਲੈ ਕੇ ਜਾਣੀ ਹੈ। ਹੁਣ ਦੇਖੋ ਵਹੁਟੀ ਕੌਣ ਵਿਆਹ ਕੇ ਲੈ ਕੇ ਜਾਂਦਾ ਨਵੰਬਰ 5 ਨੂੰ, ਡੋਨਾਲਡ ਟਰੰਪ ਜਾਂ ਫਿਰ ਕਮਲਾ ਹੈਰਿਸ। ਇੰਡੀਆ ਇੰਟਰਨੈਸ਼ਨਲ ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। 633 ਮਿਲੀਅਨ ਡਾਲਰਸ ਇਹ ਹੁਣ ਤੱਕ ਦੀ ਕਮਾਈ ਹੈ ਕਮਲਾ ਹੈਰਿਸ ਦੀ, ਔਰ ਡੋਨਾਲਡ ਟਰੰਪ ਨੂੰ ਪਿੱਛੇ ਛੱਡ ਚੁੱਕੇ ਨੇ। ਔਰ ਇਸ ਪੈਸੇ ਨੂੰ ਖਰਚ ਕੀਤਾ ਜਾਂਦਾ ਹੈ ਕੈਂਪੇਨਸ ਦੇ ਉੱਤੇ, ਵੋਟ ਬੈਂਕ ਕ੍ਰੀਏਟ ਕਰਨ ਦੇ ਉੱਤੇ, ਕਿਉਂਕਿ ਨਵੰਬਰ 5 ਨੂੰ ਹਜੇ 3 ਹਫ਼ਤੇ ਰਹਿ ਗਏ ਨੇ। ਹੁਣ 3 ਹਫ਼ਤੇ 'ਚ ਖਰਚੇ ਵੀ ਹੋਣੇ ਨੇ ਤਾਂ ਕਿ ਇਲੈਕਸ਼ਨਸ ਜਿੱਤੀਆਂ ਜਾ ਸਕਣ। ਔਰ ਬਹੁਤ ਜ਼ਿਆਦਾ ਵਰਕ ਹੋ ਰਿਹਾ, ਬਹੁਤ ਸਾਰਾ ਕੰਮ ਹੋ ਰਿਹਾ ਹੈ ਕਮਲਾ ਹੈਰਿਸ ਦੇ ਕੈਂਪ ਵੱਲੋਂ ਮੈਨ ਵੋਟਰਸ ਨੂੰ ਜਿੱਤਣ ਵਾਸਤੇ, ਬਲੈਕ ਮੈਨ ਵੋਟਰਸ ਨੂੰ ਆਪਣੇ ਵੱਲ ਲਿਆਉਣ ਵਾਸਤੇ। ਔਰ ਅੰਕੜੇ ਕਹਿੰਦੇ ਨੇ ਕਿ ਡੋਨਾਲਡ ਟਰੰਪ ਕਿਤੇ ਨਾ ਕਿਤੇ ਕਮਲਾ ਹੈਰਿਸ ਨੂੰ ਪਿੱਛੇ ਛੱਡਦੇ ਜਾ ਰਹੇ ਨੇ ਜਿੱਥੋਂ ਤੱਕ ਬਲੈਕ ਮੈਨ ਵੋਟਰਸ ਦਾ ਸਵਾਲ ਉੱਠਦਾ ਹੈ। ਹੁਣ ਇਹਦੇ 'ਚ ਕਿੰਨੀ ਸੱਚਾਈ ਹੈ ਜਾਂ ਇੱਕ ਰਿਊਮਰ ਹੈ, ਕਿਉਂਕਿ ਇਲੈਕਸ਼ਨਸ ਦੇ ਦਿਨ ਦੇ ਵਿੱਚ ਕੋਈ ਵੀ ਗੱਲ ਹੋ ਸਕਦੀ ਹੈ, ਕੋਈ ਵੀ ਗੱਲ ਭਰੋਸੇਯੋਗ ਨਹੀਂ ਹੁੰਦੀ, ਪਰ ਫਿਰ ਵੀ ਆਪਾਂ ਐਨਾਲਿਸਿਸ ਕਰਕੇ ਦੇਖਦੇ ਹਾਂ ਕਿ ਕਮਲਾ ਹੈਰਿਸ ਦੀਆਂ ਪਾਲਿਸੀਜ਼ ਤੇ ਡੋਨਾਲਡ ਟਰੰਪ ਦੀਆਂ ਪਾਲਿਸੀਜ਼ ਕਿੰਨੀਆਂ ਕੁ ਵੱਧ ਚੜ੍ਹ ਕੇ ਕਿੰਨੇ ਕੁ ਵੋਟਰਸ ਨੂੰ ਆਪਣੇ ਵੱਲ ਲਿਆ ਕੇ ਖੜਾ ਕਰਦੀਆਂ ਨੇ। ਨਾਓ ਇੱਕ ਖਾਸ ਚੀਜ਼ ਜੋ ਡੋਨਾਲਡ ਟਰੰਪ ਵੱਲੋਂ ਹੋ ਰਹੀ ਆ, ਧਮਕੀ ਤੇ ਧਮਕੀ, ਔਰ ਹੁਣ ਤੇ ਕਮਾਲ ਹੀ ਹੋ ਗਿਆ ਕਿ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਇਹ ਗੱਲ ਹੋਇਆ ਹੈ ਕਿ ਐਨਮੀ ਵਿਦਿਨ, ਦੇਸ਼ ਦੇ ਅੰਦਰ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਖਿਲਾਫ ਮੈਂ ਆਰਮੀ ਦੀ ਤਾਕਤ ਇਸਤੇਮਾਲ ਕਰੂੰਗਾ। ਇਹ ਨਵੀਂ ਗੱਲ ਹੈ ਔਰ ਕਮਲਾ ਹੈਰਿਸ ਇਸ ਗੱਲ ਨੂੰ ਕਾਫੀ ਉਛਾਲ ਰਹੇ ਨੇ। ਔਰ ਕਮਲਾ ਹੈਰਿਸ ਦੇ ਮੁਤਾਬਿਕ ਜੋ ਲੋਕ ਡੋਨਾਲਡ ਟਰੰਪ ਦੇ ਖਿਲਾਫ ਨੇ, ਖਿਲਾਫ ਮਤਲਬ ਉਹਨਾਂ ਦੇ ਆਈਡੀਆਜ਼ ਨਾਲ ਸਹਿਮਤੀ ਨਹੀਂ ਰੱਖਦੇ, ਵਿਰੋਧ ਕਰਦੇ ਨੇ, ਉਹ ਸਾਰੇ ਹੀ ਦੁਸ਼ਮਣ ਨੇ। ਮਤਲਬ ਜੋ ਡੋਨਾਲਡ ਟਰੰਪ ਦੇ ਸਾਹਮਣੇ ਨਹੀਂ ਝੁਕਦਾ ਉਹ ਦੁਸ਼ਮਣ ਹੈ। ਹੁਣ ਇੱਦਾਂ ਦੀਆਂ ਗੱਲਾਂ ਜੇ ਹੋਣਗੀਆਂ ਤਾਂ ਵਾਕਈ ਇੱਕ ਹਨੇਰਾ ਜਿਹਾ, ਇੱਕ ਡਾਰਕ ਜਿਹਾ ਮਾਹੌਲ ਬਣਦਾ ਸਟੇਟਸ ਦੇ ਵਿੱਚ ਕਿ ਇਹ ਕਹਿ ਕੀ ਰਹੇ ਨੇ। ਇੱਕ ਪਾਸੇ ਕਹਿੰਦੇ ਨੇ ਕਿ ਜਿਹੜੀਆਂ ਆਰਮੀ ਦੀਆਂ ਫੋਰਸਿਸ ਗਈਆਂ ਹੋਈਆਂ ਨੇ, ਜੰਗਾਂ ਲੜਦੀਆਂ ਪਈਆਂ ਨੇ ਜਿੱਥੇ ਜਿੱਥੇ ਅਮਰੀਕਾ ਦੀਆਂ, ਜਿਹੜੇ ਦੇਸ਼ ਦੇ ਵਿੱਚ, ਉਹ ਸਾਰੀਆਂ ਮੈਂ ਵਾਪਸ ਸੱਦ ਲੈਣੀਆਂ ਨੇ, ਉਹਨਾਂ ਨੂੰ ਬਾਰਡਰ ਦੇ ਉੱਤੇ ਤੇ ਇੰਟਰਨਲ ਸਿਕਿਉਰਿਟੀ ਦੇ ਉੱਤੇ ਲਗਾ ਦੇਣਾ, ਬਾਰਡਰ ਦੇ ਵਾਸਤੇ 10,000 ਹੋਰ ਬੰਦਿਆਂ ਦਾ ਇੰਤਜ਼ਾਮ ਕਰਨਾ ਜਦੋਂ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਣਾ। ਸੋ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਐਨਮੀ ਕੌਣ ਆ। ਔਰ ਨੈਸ਼ਨਲ ਗਾਰਡਸ ਦੀ ਕਹਿੰਦੇ ਨੇ ਕਿ ਡਿਪਲੋਇਮੈਂਟ ਹੋਣੀ ਚਾਹੀਦੀ ਹੈ ਇਲੈਕਸ਼ਨ ਵਾਲੇ ਦਿਨ ਸਾਰੇ ਅਮਰੀਕਾ ਦੇ ਵਿੱਚ, ਤਾਂ ਕਿ ਕੋਈ ਗੜਬੜ ਨਾ ਹੋ ਜਾਏ ਰਿਜ਼ਲਟਸ ਤੋਂ ਬਾਅਦ, ਕਿਓਸ ਨਾ ਹੋ ਜਾਏ। ਹਿਸਟਰੀ ਰਿਪੀਟਸ ਇਟਸੈਲਫ ਕਿਹਾ ਜਾਂਦਾ ਨਾ, ਤੇ ਜਨਵਰੀ 6, 2020 ਆਪਣੇ ਆਪ ਨੂੰ ਰਿਪੀਟ ਨਾ ਕਰ ਦੇਵੇ। ਮਤਲਬ ਇਹ ਸਾਰੀਆਂ ਗੱਲਾਂ ਹੋ ਰਹੀਆਂ ਇਸ ਵਕਤ ਡੋਨਾਲਡ ਟਰੰਪ ਵੱਲੋਂ। ਔਰ ਕਮਲਾ ਹੈਰਿਸ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਅਗਰੈਸਿਵ ਵੀ ਹੋ ਜਾਂਦੇ ਨੇ ਕਿ ਜੋ ਲੋਕ ਡੋਨਾਲਡ ਟਰੰਪ ਦੀ ਆਈਡੀਓਲੋਜੀ ਦੇ ਨਾਲ ਇਤਫਾਕ ਨਹੀਂ ਰੱਖਦੇ, ਉਹਨੂੰ ਸਹਿਮਤ ਨਹੀਂ ਹੁੰਦੇ, ਉਹ ਸਾਰੇ ਦੁਸ਼ਮਣ ਨੇ। ਉਹਨਾਂ ਸਾਰਿਆਂ ਦੇ ਖਿਲਾਫ ਆਰਮੀ ਦੀ ਫੋਰਸ ਇਸਤੇਮਾਲ ਕੀਤੀ ਜਾਵੇ, ਔਰ ਖਾਸ ਕਰਕੇ ਜਿਹੜੇ ਪ੍ਰਵਾਸੀ ਬੈਠੇ ਨੇ
ਔਰ ਜਿਹੜੇ ਇਲੀਗਲ ਪ੍ਰਵਾਸੀ ਨੇ ਉਹਨਾਂ ਦੇ ਖਿਲਾਫ ਤਾਂ ਖਾਸ ਕਰਕੇ ਉਹਨਾਂ ਨੂੰ ਤਾਂ ਡੋਨਲਡ ਟਰੰਪ ਨੇ ਅਮਰੀਕਾ ਤੋਂ ਬਾਹਰ ਹੀ ਕੱਢ ਦੇਣਾ, ਔਰ ਜਿਹੜੇ ਲੀਗਲ ਵੀ ਹੈਗੇ ਨੇ ਉਹਨਾਂ ਦੀਆਂ ਵੀ ਕਿਤੇ ਕਿਤੇ ਜਿੱਥੇ ਜਿੱਥੇ ਜ਼ਰੂਰੀ ਨੇ ਇਨਕੁਆਇਰੀਜ਼ ਹੋਣਗੀਆਂ, ਇਨਵੈਸਟੀਗੇਸ਼ਨ ਹੋਏਗੀ, तमाम ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਇਹੀ ਉਹਨਾਂ ਦਾ ਵੋਟ ਬੈਂਕ ਹੈ। ਨਾਓ ਇਹ ਐਨਮੀ ਵਿਦਨ ਕੰਟਰੀ ਕੌਣ ਹੈ, ਇਹ ਦੁਸ਼ਮਣ ਕੌਣ ਹੈ, ਇਹਦੀ ਪਰਿਭਾਸ਼ਾ ਕੀ ਹੈ? ਕਮਲਾ ਹੈਰਿਸ ਇਹਦੀ ਪਰਿਭਾਸ਼ਾ ਇਹ ਦਿੰਦੇ ਨੇ ਕਿ ਜੋ ਲੋਕ ਡੋਨਲਡ ਟਰੰਪ ਦੇ ਖਿਲਾਫ ਨੇ, ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ, ਖਿਲਾਫ ਦਾ ਮਤਲਬ ਇਹ ਕਿ ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਸਹਿਮਤ ਨਹੀਂ ਹੁੰਦੇ, ਜੋ ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ ਨੇ, ਉਹਨਾਂ ਸਭ ਦੇ ਉੱਤੇ ਆਰਮੀ ਦੀ ਫੋਰਸ ਇਸਤੇਮਾਲ ਕੀਤੀ ਜਾਏਗੀ। ਔਰ ਡੋਨਲਡ ਟਰੰਪ ਇਹ ਕੀ ਪਰਿਭਾਸ਼ਾ ਦਿੰਦੇ ਨੇ ਕਿ ਕੌਣ ਨੇ ਉਹ ਦੁਸ਼ਮਣ ਵਿਦਿਨ ਦ ਕੰਟਰੀ, ਵਿਦਿਨ ਦ ਸਟੇਟਸ, ਇਹ ਹੁਣ ਉਹਨਾਂ ਦੀ ਪਰਿਭਾਸ਼ਾ ਉਹਨਾਂ ਨੂੰ ਹੀ ਪਤਾ ਹੈ, ਕਿਉਂਕਿ ਅਜੇ ਤੱਕ ਉਹਨਾਂ ਨੇ ਆਪਣੀ ਪਰਿਭਾਸ਼ਾ ਖੋਲ੍ਹੀ ਨਹੀਂ, ਐਕਸਪਲੇਨ ਨਹੀਂ ਕੀਤੀ, ਡਿਸਕ੍ਰਾਈਬ ਨਹੀਂ ਕੀਤੀ, ਉਹਦੀਆਂ ਡਿਟੇਲਸ ਨਹੀਂ ਦਿੱਤੀਆਂ, ਹਜੇ ਸਿਰਫ ਹੈਡਲਾਈਨਸ ਹੀ ਦਿੱਤੀਆਂ ਨੇ ਕਿ ਜਿਹੜੇ ਦੁਸ਼ਮਣ ਨੇ ਉਹਨਾਂ ਦੇ ਖਿਲਾਫ ਆਰਮੀ ਦੀ ਫੋਰਸ ਇਸਤੇਮਾਲ ਕੀਤੀ ਜਾਵੇ। ਕਿਉਂਕਿ ਇਹਦੀ ਡੈਫੀਨੇਸ਼ਨ ਕੀ ਹੈ, ਇਹ ਤੇ ਡੋਨਲਡ ਟਰੰਪ ਦੀ ਪੋਲੀਟੀਕਲ ਪਲੇਬੁੱਕ ਦੇ ਵਿੱਚ ਲਿਖੀ ਹੋਈ ਹੈ, ਜੋ ਕਿਸੇ ਨੇ ਨਹੀਂ ਪੜ੍ਹੀ, ਡੋਨਲਡ ਟਰੰਪ ਨੇ ਪੜ੍ਹੀ ਹੈ, ਤੇ ਜਦੋਂ ਤੱਕ ਉਹ ਦੱਸਣਗੇ ਨਹੀਂ ਉਦੋਂ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ। ਸੋ ਇਟਸ ਅ ਅਲਾਰਮਿੰਗ ਸਿਚੁਏਸ਼ਨ। ਔਰ ਇਹਦੇ ਨਾਲ ਦੂਜੀ ਗੱਲ ਜੋੜੀ ਜਾਂਦੀ ਆ ਕਿ ਵਾਈਟ ਹਾਊਸ ਤੋਂ ਬਾਅਦ, ਮਤਲਬ ਫਰਸਟ ਟਰਮ ਕੰਪਲੀਟ ਕਰਨ ਤੋਂ ਬਾਅਦ, ਜਦੋਂ ਡੋਨਲਡ ਟਰੰਪ ਨਹੀਂ ਰਹੇ ਪ੍ਰੈਜ਼ੀਡੈਂਟ ਆਫ ਅਮਰੀਕਾ, ਉਸ ਤੋਂ ਬਾਅਦ ਉਹਨਾਂ ਨੇ ਕਿੰਨੀ ਵਾਰ ਜੋ ਦੁਨੀਆ ਦੇ ਡਿਕਟੇਟਰਸ ਨੇ ਉਹਨਾਂ ਨਾਲ ਆਪਣੇ ਰਿਲੇਸ਼ਨਸ ਰੱਖੇ ਨੇ, ਖਾਸ ਕਰਕੇ ਵਲਾਦੀਮੀਰ ਪੁਤਿਨ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨਾਲ ਉਹਨਾਂ ਦੇ ਕੀ ਸੰਬੰਧ ਨੇ। ਔਰ ਕੁਝ ਰਿਪੋਰਟਸ ਨੇ ਕਿ ਉਹਨਾਂ ਨੇ 6-7 ਵਾਰ ਗੱਲਬਾਤ ਕੀਤੀ ਹੈ ਪੁਤਿਨ ਦੇ ਨਾਲ, ਡੋਨਲਡ ਟਰੰਪ ਨੇ। ਡੋਨਲਡ ਟਰੰਪ ਕਹਿੰਦੇ ਨੇ ਕਿ ਜਦੋਂ ਵੀ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਇਸ ਬਾਰੇ, ਉਹਨਾਂ ਦਾ ਜਵਾਬ ਇਹ ਹੁੰਦਾ ਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਰਿਪੋਰਟਸ ਨੂੰ ਉਹ ਗਲਤ ਕਹਿੰਦੇ ਨੇ, ਉਹ ਹਮੇਸ਼ਾ ਹੀ ਜੋ ਵੀ ਉਹਨਾਂ ਦੇ ਖਿਲਾਫ ਜਾਂਦਾ ਉਸ ਨੂੰ ਗਲਤ ਕਹਿੰਦੇ ਹੀ ਕਹਿੰਦੇ ਨੇ। ਔਰ ਕਈ ਵਾਰ ਉਹ ਇੱਦਾਂ ਦੇ ਕਲੇਮ ਵੀ ਕਰਦੇ ਨੇ ਜਿਨ੍ਹਾਂ ਦਾ ਕੋਈ ਹਿਸਟੋਰੀਕਲ ਰੈਕੋਰਡ ਨਹੀਂ ਹੁੰਦਾ, ਹਵਾ 'ਚ ਹੀ ਗੱਲਾਂ ਨੇ। ਮੈਂ ਉੱਥੇ ਗਿਆ ਸੀ, ਮੈਂ ਗਾਜ਼ਾ ਗਿਆ ਸੀ, ਮੈਨੂੰ ਮੈਨ ਆਫ ਦਾ ਈਅਰ ਡਿਕਲੇਅਰ ਕੀਤਾ ਗਿਆ, तमाम ਗੱਲਾਂ, ਕੋਈ ਰੈਕੋਰਡ ਨਹੀਂ ਹੈ, ਬਟ ਉਹ ਕਹਿ ਰਹੇ ਨੇ। ਸੋ ਪੁਤਿਨ ਦੇ ਕੇਸ ਵਿੱਚ ਵੀ ਇਹ ਆ ਕਿ ਰਿਪੋਰਟਸ ਕਹਿ ਰਹੀਆਂ ਨੇ ਕਿ ਗੱਲਬਾਤ ਹੋਈ ਹੈ ਦੋਵਾਂ ਦੀ, ਡੋਨਲਡ ਟਰੰਪ ਤੇ ਪੁਤਿਨ ਦੀ, ਪਰ ਡੋਨਲਡ ਟਰੰਪ ਕਹਿੰਦੇ ਨੇ ਨੋ, ਇਹ ਝੂਠੀਆਂ ਰਿਪੋਰਟਸ ਨੇ ਔਰ ਮੈਂ ਇਸ ਟੌਪਿਕ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਸੋ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਹ ਜਨਤਾ ਦਾ ਸਵਾਲ ਹੈ, ਡੈਮੋਕ੍ਰੇਸੀ ਆ, ਜਨਤਾ ਪ੍ਰਸ਼ਨ ਪੁੱਛ ਰਹੀ ਆ ਔਰ ਤੁਹਾਨੂੰ ਐਕਸਪਲੇਨ ਕਰਨਾ ਪੈਣਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰ ਚੀਜ਼ ਟਰਾਂਸਪੈਰੈਂਟ ਹੁੰਦੀ ਆ, ਕਿਸੇ ਵੀ ਲੀਡਰ ਦੀ ਲਾਈਫ ਪਰਸਨਲ ਨਹੀਂ ਹੁੰਦੀ, ਹਰ ਚੀਜ਼ ਪਬਲਿਕ ਹੁੰਦੀ ਹੈ। ਇਹੀ ਤਾਂ ਚੀਜ਼ ਹੈ, ਪੋਲੀਟੀਕਲ ਲੀਡਰਸ ਦੀ ਲਾਈਫ ਪਰਸਨਲ ਪਬਲਿਕ ਇੱਕੋ ਹੀ ਚੀਜ਼ ਹੈ, ਓਪਨ ਕਿਤਾਬ ਹੁੰਦੇ ਨੇ, ਕੋਈ ਵੀ ਉਹਨੂੰ ਪੜ੍ਹ ਸਕਦਾ, ਕਿਉਂਕਿ ਉਹਨਾਂ ਨੂੰ ਆਪਣੇ ਰਿਲੇਸ਼ਨਸ, ਆਪਣੀ ਪੂਰੀ ਲਾਈਫ ਟਰਾਂਸਪੇਰੈਂਟ ਰੱਖਣੀ ਪੈਂਦੀ ਹੈ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਦਾ ਹੈ, ਤਾਂ ਹੀ ਉਹਨਾਂ ਦੀ ਇਮੇਜ ਬਣਦੀ ਆ, ਲੋਕਾਂ ਨੂੰ ਪਤਾ ਲੱਗਦਾ ਕਿ ਇਹ ਬੰਦਾ ਸਾਫ਼ ਸੁਥਰਾ ਹੈ ਕਿ ਨਹੀਂ ਹੈ। ਪਰ ਜੇ ਤੁਸੀਂ ਓਲੇ ਰੱਖੋਗੇ ਤਾਂ ਫਿਰ ਲੋਕਾਂ ਦੇ ਅੰਦਰ ਸ਼ੱਕ ਤਾਂ ਪੈਦਾ ਹੋਣਾ ਹੀ ਆ, ਔਰ ਡੈਮੋਕ੍ਰੇਸੀ ਦੇ ਵਿੱਚ ਸ਼ੱਕ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਵੋਟ ਬੈਂਕ ਖਰਾਬ ਕਰਦੇ ਪਏ ਹੋ, ਤੁਹਾਨੂੰ ਵੋਟਾਂ ਨਹੀਂ ਪੈਣੀਆਂ। ਸੋ ਇਸ ਕਰਕੇ ਇਸ ਮੁੱਦੇ ਨੂੰ ਐਕਸਪਲੇਨ ਕਰਨਾ ਪਏਗਾ ਡੋਨਲਡ ਟਰੰਪ ਨੂੰ ਕਿ ਉਹ ਦੁਸ਼ਮਣ ਕੌਣ ਨੇ ਜੋ ਅਮਰੀਕਾ ਦੇ ਅੰਦਰ ਮੌਜੂਦ ਨੇ, ਜਿਨ੍ਹਾਂ ਦੇ ਖਿਲਾਫ ਡੋਨਲਡ ਟਰੰਪ ਨੇ ਮਿਲਟਰੀ ਫੋਰਸ ਦਾ ਇਸਤੇਮਾਲ ਕਰਨਾ ਹੈ। ਸੈਕਿੰਡ ਟਾਈਮ ਜੋ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤੇ ਦੁਨੀਆ ਦੇ ਡਿਕਟੇਟਰਸ ਦੇ ਨਾਲ, ਖਾਸ ਕਰਕੇ ਵਲਾਦੀਮੀਰ ਪੁਤਿਨ ਦੇ ਨਾਲ ਉਹਨਾਂ ਦੇ ਰਿਲੇਸ਼ਨਸ ਕਿੱਦਾਂ ਦੇ ਨੇ। ਥਰਡ, ਇਮੀਗ੍ਰੈਂਟਸ ਦੇ ਮਗਰ ਕਿਉਂ ਪਏ ਹੋਏ ਨੇ, ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ, ਹਿਊਮਨ ਰਾਈਟਸ ਗਰਾਊਂਡ ਦੇ ਉੱਤੇ ਸਭ ਕੁਝ ਕੰਸੀਡਰ ਕਿਉਂ ਨਹੀਂ ਕੀਤਾ ਜਾਂਦਾ। ਕਮਲਾ ਹੈਰਿਸ ਵੀ ਤਾਂ ਸਭ ਕੁਝ ਕੰਸੀਡਰ ਕਰਨ ਨੂੰ ਕਹਿ ਰਹੇ ਨੇ, ਉਹ ਵੀ ਤਾਂ ਕਹਿ ਰਹੇ ਨੇ ਕਿ ਕੌਨਸਟੀਟਿਊਸ਼ਨ ਆਫ ਅਮਰੀਕਾ ਨੂੰ ਸਾਹਮਣੇ ਰੱਖਦੇ ਹੋਏ, ਲਾਜ਼ ਨੂੰ ਸਾਹਮਣੇ ਰੱਖਦੇ ਹੋਏ, ਨੋਰਮਸ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਸਾਰੇ ਫੈਸਲੇ ਲੈਣੇ ਨੇ, ਵੀ ਆਰ ਬਾਈਂਡ ਬਾਏ ਦ ਬੁੱਕ, ਦੈਟਸ ਆਲ। ਪਰ ਇਹ ਆਪਣੀ ਪਲੇ ਬੁੱਕ ਲੈ ਕੇ ਉਹਦੇ ਮੁਤਾਬਿਕ ਸਭ ਕੁਝ ਚਲਾਉਣਾ ਚਾਹੁੰਦੇ ਨੇ। ਦਿਸ ਇਜ਼ ਦ ਡਿਫਰੈਂਸ। ਮਨਮਾਨੀ, ਕਮਲਾ ਹੈਰਿਸ ਵਿੱਚ ਮਨਮਾਨੀ ਨਹੀਂ ਹੈ, ਇਹਨਾਂ ਵਿੱਚ ਮਨਮਾਨੀ ਹੈ, ਇਹ ਐਕਸਪਰਟਸ ਦੀ ਰਾਏ ਹੈ। ਸੋ ਇਹ ਚੀਜ਼ਾਂ ਉਹਨਾਂ ਨੂੰ ਐਕਸਪਲੇਨ ਕਰਨੀਆਂ ਪੈਣੀਆਂ ਨੇ, ਤਾਂ ਹੀ ਪਬਲਿਕ ਦੇ ਮਤਲਬ ਕਹਿੰਦੇ ਨੇ ਨਾ ਕਿ ਕਲੇਜੇ 'ਚ ਠੰਡ ਪੈਣੀ ਆ, ਬਈ ਆਹ ਗੱਲ ਹੁਣ ਸਹੀ ਨੁਕਤੇ 'ਤੇ ਆ ਗਈ, ਹੁਣ ਠੰਡ ਪੈ ਗਈ, ਹੁਣ ਅਸੀਂ ਸੋਚ ਸਕਦੇ ਹਾਂ ਵੋਟ ਕਿੱਧਰ ਪਾਣੀ ਹੈ। ਇਹ ਠੰਡ ਪਾਣਾ ਜ਼ਰੂਰੀ ਹੈ ਨਾ, ਕੂਲ ਕਰਨਾ ਜ਼ਰੂਰੀ ਹੁੰਦਾ। ਨਾਓ ਕਮਲਾ ਹੈਰਿਸ ਆਪਣੀ ਰੈਲੀ 'ਚ ਕਹਿੰਦੇ ਨੇ ਕਿ ਹੋਪ ਹੀ ਇਜ਼ ਓਕੇ,
मैं उम्मीद करदी हाँ कि डोनाल्ड ट्रंप ओके ने, ठीक ठाक ने, क्योंकि इत्थे सवाल उठता है कि उन्होंने फिटनेस। मैडिकल रिपोर्ट, कामला हैरिस दी मैडिकल रिपोर्ट जो वाइट हाउस वालों दी गई है, उहदे विच इह गल डिस्क्राइब की गई है कि कामला हैरिस इज फुली फिट फॉर द जॉब ऑफ प्रेजिडेंट ऑफ अमेरिका। सेम वो एक्सपैक्ट करते हैं कि डोनाल्ड ट्रंप भी अपनी मैडिकल रिपोर्ट पब्लिक डोमेन विच लैके आउण, पब्लिक के सामने लैके आउण, उन्होंने मैंटल फिटनेस, उन्होंने हैल्थ वाइज फिटनेस, एवरीथिंग। क्योंकि जो जो बाइडन की एज की गल होंदी है तो डोनाल्ड ट्रंप की एज भी कोई घट नहीं हैगी, सिर्फ 3 साल छोटे ने, 78। और जे वो बनते हैं सैकेंड टाइम प्रेजिडेंट ऑफ अमेरिका, तो अमेरिका की हिस्टरी दे विच वो सब तो वध उम्र के प्रेजिडेंट होणगे, क्योंकि जो बाइडन प्रेजिडेंट बने ने उदों वो 78 तो घट सीगे जो फर्स्ट टाइम बने ने। सो 2020 की आपां गल कर रहे हैं। नाउ ट्रंप, उन्होंने टीम ये गल कह रही है कि डोनाल्ड ट्रंप फिट ने, बिल्कुल उन्होंने डॉक्टर्स कह रहे हैं फिट ने, पर कमला हैरिस उन्होंने सामने ठहरती नहीं, उन्होंने मुकाबला नहीं कर सकती, इस करके कमला हैरिस ये सवाल चुकती पई है। कमला हैरिस वही स्ट्रैटजी अपनाते पे ने जिहड़ी स्ट्रैटजी डोनाल्ड ट्रंप ने अपनाई सी जो बाइडन के खिलाफ हैल्थ इशूज़ नूं लैके, और सेम कमला हैरिस हुण डोनाल्ड ट्रंप के हैल्थ इशू की गल करते पे ने। ये डोनाल्ड ट्रंप की टीम का कहना है। सो गल ये है कि हुण PR टीम्स भी लगियां हुई ने, लीगल टीम्स भी लगियां हुई ने, सब ने कोई ना कोई गल तो करनी है ना, अपने आप को डिफेंड तो करना ही है ना, और जनता के सामने अपने आप को साफ सुथरा पेश तो करना ही है ना। कपड़े सफ़ेद हो, मन चाहे काला हो, अंदर अंधेरा पर बाहर उजाला हो, ये पॉलिटिकल डेफिनेशन है, हर देश दे विच लागू होंदी है। सो पब्लिक की नज़र दे विच अपनी इमेज नूं बना के रखना जरूरी है। इस करके डोनाल्ड ट्रंप की टीम ये गल कह रही है और उन्होंने डिफेंड कर रही है कि कमला हैरिस डोनाल्ड ट्रंप का मुकाबला नहीं कर सकते। दैट इज़ वाई वो इस इशू नूं चुकते पे ने। नाउ हुण इलैक्शनस का रिजल्ट हर बंदा ये पुछण लगा होया एक दूजे नूं, तैनूं की लगदा कौन जितूगा, तैनूं की लगदा की होऊगा। वो बह जाओ भाई, नवंबर 5 नूं किहड़ा गोडे रह गए ने, आ गया पता लग जूगा। सो हुण ये नैचुरली ह्यूमन साइकी आ, पुछदे रहना, गलबात करते रहना, कोई चाह पीन लगा, कॉफ़ी पीन लगा, उत्थे ही चुस्कियां चाह दियां चलदियां पईयां, कॉफ़ी इंजॉय हो रही है नाल, बई तैनूं की लगदा रिजल्ट की होऊगा, कौन बनूगा, कौन रह जाऊगा, मतलब ये तमाम गल्लां। सो एक्सपर्ट्स कहते हैं कि जो स्विंग स्टेट्स ने, पेंसिल्वेनिया की गल खास करके होंदी पई है, जो स्विंग स्टेट्स ने जिथे मतलब डावाडोल है स्थिति, और कोई भी पार्टी दोवां विचों ना रिपब्लिकन्स ना डेमोक्रेट्स श्योर नहीं है कि उत्थे उन्हां दा किन्ना बेस आ, उन्हां दा किन्ना पोलिटिकल स्पेस आ। दे आर नॉट प्रेटी श्योर। दैट इज़ वाई बार बार उत्थे जा रहे हैं, बार बार उत्थे गलबात हो रही है, कैंपेन्स हो रही ने, है ना, डिबेट्स हो रहे हैं, एवरीथिंग इज़ गोइंग ऑन। ये किसी ना किसी तरह संभाले रखो इन्हां स्टेट्स नूं, क्योंकि ये जिहड़ियां स्विंग स्टेट्स ने इन्हां ने ही लगता है डिसाइड कर देना और ये जवाब मिल जाना कि कौन जितूगा, कौन बनूगा। लगता तो यही है कि इन्हां दे हत्थ वस ज़्यादा गेम है, इस करके उन्हां नूं रिझाउण लगे हुए ने। नाल कमला हैरिस ने अपने ब्लैक मैन वोटर्स वास्ते भी नवी नवी इकनॉमिक पॉलिसी दी आ, अपॉर्चुनिटी इकॉनमी के तहत कि उन्होंने पैसे दिते जाएंगे फॉरगिवेबल, मतलब ये वापस नहीं कर सकते कर्जा तो वो माफ़ कर दिता जाएगा ताकि वो स्टार्टअप्स लै सकन, एंटरप्रेन्योर्स बन सकन, अमेरिका की इकॉनमी को स्ट्रोंग कर सकन। इस करके अपने ब्लैक मैन वोटर्स को अपने वाल लाउण वास्ते एक नवी पॉलिसी दी है, और वो भी उदों जो 3 हफ्ते रह गए ने इलैक्शनस दे विच। सो एक बहुत वधिया कार्ड चलिया। हुण इस कार्ड का की बनता है ये तो हुण समा दसेगा कि इहदी कार्ड डोनाल्ड ट्रंप की लैके आउंदे ने। सो गल ये आ कि हर पासे एक पैनिक की सिचुएशन आ, एक कन्फ्यूजन आ, और एक सवाल कि ये वोटां का डिसीजन सिर्फ लेडीज़ ही कर देणगियां, जिहड़ियां वुमेन वोटर्स ने
ਉਹੀ ਕਰਨਗੀਆਂ, ਕਿਉਂਕਿ ਰਿਪੋਰਟਸ ਇਹ ਵੀ ਮਿਲਦੀਆਂ ਕਿ ਟੁੱਟ ਟੁੱਟ ਕੇ ਉਹ ਵੋਟਰਸ ਜਿਹੜੀਆਂ ਨੇ ਡੋਨਲਡ ਟਰੰਪ ਵੱਲੋਂ ਕਮਲਾ ਹੈਰਿਸ ਵੱਲ ਜਾ ਰਹੀਆਂ ਨੇ, ਕਿਉਂਕਿ ਭੈਣਾਂ ਨੇ ਨਾ, ਉਹਨਾਂ ਨੂੰ ਸ਼ੌਕ ਆ ਕਿ ਸਾਡੀ ਭੈਣ ਕਮਲਾ ਹੈਰਿਸ ਬਣੇ ਪਹਿਲੀ ਪ੍ਰੈਜ਼ੀਡੈਂਟ ਆਫ ਅਮਰੀਕਾ। ਇੱਕ ਹਿਸਟਰੀ ਕ੍ਰੀਏਟ ਹੋਣੀ ਚਾਹੀਦੀ ਹੈ। ਵੂਮਨ ਐਮਪਾਵਰਮੈਂਟ ਭਾਈ, ਨਾਰੀ ਸਸ਼ਕਤੀਕਰਨ ਕੋਈ ਛੋਟੀ ਗੱਲ ਹੈ। ਪੂਰੀ ਦੁਨੀਆ 'ਚ ਰੌਲਾ ਪੈਂਦਾ ਪਿਆ ਕਿ ਔਰਤਾਂ ਨੂੰ ਪਾਵਰ ਮਿਲਣੀ ਚਾਹੀਦੀ ਹੈ, ਔਰਤਾਂ ਨੂੰ ਸਿਚੁਏਸ਼ਨਸ ਦੇ ਮੁਤਾਬਿਕ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ, ਤਮਾਮ ਗੱਲਾਂ ਹੁੰਦੀਆਂ ਪਈਆਂ ਨੇ। ਤੇ ਇੱਥੇ ਤੇ ਕਮਾਲ ਹੋਈ ਪਈ ਹੈ, ਇੱਥੇ ਤੇ ਲੇਡੀ ਕਮਲਾ ਹੈਰਿਸ ਬੱਲੇ ਬੱਲੇ ਹੋਈ ਪਈ ਹੈ, ਤਾਂ ਕਿਉਂ ਨਾ ਸਪੋਰਟ ਕੀਤੀ ਜਾਏ। ਸੋ ਵੂਮਨ ਵੋਟਰਸ ਹੀ ਡਿਸਾਈਡ ਕਰ ਦੇਣਗੀਆਂ ਔਰ ਮੈਨ ਵੋਟਰਸ ਵੋਟ ਨਹੀਂ ਪਾਉਣਗੇ, ਇਹ ਕਿੱਦਾਂ ਹੋ ਸਕਦਾ। ਉਹਨਾਂ ਨੇ ਘਰ ਨਹੀਂ ਰਹਿਣਾ, ਘਰੋਂ ਕੱਢ ਦੇਣਗੀਆਂ ਜਿਹੜੀਆਂ ਵੂਮਨ ਵੋਟਰਸ ਨੇ ਆਪਣੇ ਹਸਬੈਂਡਸ ਨੂੰ, ਰੋਟੀ ਨਹੀਂ ਮਿਲਣੀ ਸ਼ਾਮ ਨੂੰ। ਜੇ ਕਮਲਾ ਹੈਰਿਸ ਨੂੰ ਵੋਟ ਨਾ ਪਾਈ ਤਾਂ ਤੁਹਾਡੀ ਖੈਰ ਨਹੀਂ, ਦੇਖ ਲਈਓ। ਫਿਰ ਇਹ ਜਿਹੜਾ ਸਿਚੁਏਸ਼ਨ ਹੈ ਨਾ ਪਰਿਵਾਰ ਦਾ, ਇਹ ਵੋਟਿੰਗਾਂ ਲੈ ਕੇ ਜਾਣਗੇ ਘਰ ਵਾਲਿਆਂ ਨੂੰ ਕਮਲਾ ਹੈਰਿਸ ਨੂੰ ਵੋਟ ਪਾਉਣ ਵਾਸਤੇ। ਇਸ ਕਰਕੇ ਐਕਸਪਰਟਸ ਕਹਿੰਦੇ ਨੇ ਕਿ ਲੱਗਦਾ ਇਹ ਵੂਮਨ ਵੋਟਰਸ ਹੀ ਸਭ ਕੁਝ ਡਿਸਾਈਡ ਕਰ ਦੇਣਗੀਆਂ। ਬਟ ਮੈਨ ਵੋਟਰਸ ਵੀ ਕਿਤੇ ਨਾ ਕਿਤੇ ਆਪਣਾ ਕਮਾਲ ਦਿਖਾਣਗੇ, ਕਿਉਂਕਿ ਹੋ ਸਕਦਾ ਵੋਟੀ ਦੇ ਸਾਹਮਣੇ ਝੂਠ ਬੋਲ ਦੇਣ, ਹਾਂ ਜੀ ਹਾਂ ਆਪਾਂ ਕਮਲਾ ਹੈਰਿਸ ਨੂੰ ਵੋਟ ਪਾਉਣੀ ਹੈ। ਲੈ ਤੁਹਾਡੀ ਗੱਲ ਆਪਾਂ ਭੁੰਜੇ ਥੋੜਾ ਪੈਣ ਦੇਣੀ, ਨਾ ਚਲੋ ਚੱਲੀਏ, ਜਾ ਕੇ ਉੱਥੇ ਡੋਨਲਡ ਟਰੰਪ ਨੂੰ ਪਾ ਕੇ ਆ ਜਾਣ, ਕੀ ਪਤਾ ਲੱਗਦਾ। ਸੋ ਦੈਟ ਇਜ਼ ਵਾਈ ਲੱਗਦਾ ਇਹੀ ਹੈ ਕਿ ਵੂਮਨ ਵੋਟਰਸ ਜ਼ਿਆਦਾ ਹਾਵੀ ਨੇ ਔਰ ਮੈਨ ਵੋਟਰਸ ਜਿਹੜੇ ਨੇ ਉਹ ਥੋੜੇ ਪਿੱਛੇ ਨੇ, ਕਿਉਂਕਿ ਹੱਸਣ ਵਾਲੀ ਗੱਲ ਹੈ ਤੇ ਹੱਸਾ ਤੇ ਆਉਣਾ ਹੀ ਆ। ਨਾਓ ਬੈਕ ਟੂ ਦਾ ਪੁਆਇੰਟ, ਜੋ ਹੈਰਿਸ ਦੀ ਕੈਂਪੇਨ ਚੱਲਦੀ ਪਈ ਆ, ਠੀਕ ਹੈ, ਉਹਨਾਂ ਵਾਸਤੇ ਬੂਸਟ ਕਰਨ ਵਾਸਤੇ, ਪ੍ਰਾਊਡ ਕਰਨ ਵਾਸਤੇ, ਮਤਲਬ ਸ਼ੇਖੀ ਮਾਰਨ ਵਾਸਤੇ ਇਹ ਗੱਲ ਹੈਗੀ ਆ ਕਿ ਅਸੀਂ ਇੰਨੇ ਬਿਲੀਅਨ ਡਾਲਰਸ ਡੋਨੇਸ਼ਨਸ ਇਕੱਠੀਆਂ ਕਰ ਲਈਆਂ ਔਰ ਡੋਨਲਡ ਟਰੰਪ ਨੂੰ ਪਿੱਛੇ ਛੱਡ ਦਿੱਤਾ। ਬਟ ਦ ਕੁਐਸਚਨ ਇਜ਼, ਵਾਕਈ ਇੰਨਾ ਪੈਸਾ ਜੇ ਪਿੱਛੇ ਹੋਵੇ ਤਾਂ ਉਹ ਜਿੱਤ ਹਾਸਿਲ ਕਰਵਾ ਸਕਦਾ? ਜਿੱਤ ਦੀ ਗਾਰੰਟੀ ਦੇ ਦਿੰਦਾ ਕਿ ਇੰਨਾ ਡੋਨੇਸ਼ਨ ਆ ਗਈ ਤੇ ਕਮਲਾ ਹੈਰਿਸ ਨੇ ਜਿੱਤ ਜਾਣਾ? ਕਿਉਂਕਿ ਡੋਨਲਡ ਟਰੰਪ ਡੋਨੇਸ਼ਨ ਇਕੱਠੀ ਕਰਨ ਦੇ ਵਿੱਚ ਪਿੱਛੇ ਰਹਿ ਗਏ ਨੇ। ਇੱਕ ਬੜਾ ਇਹ ਪੁਖਤਾ ਵਾਲਾ ਪੁਆਇੰਟ ਹੈ ਕਿ ਅਸੀਂ ਬਾਰ-ਬਾਰ ਇੰਨਾ ਪੈਸਾ ਇਕੱਠਾ ਕਰ ਲਿਆ ਕਹੀ ਜਾਂਦੇ ਆ, ਐਡ ਕੈਂਪੇਨਸ ਦੇ ਉੱਤੇ ਖਰਚ ਹੁੰਦਾ ਪਿਆ ਹੈ, ਐਵਰੀਥਿੰਗ, ਸਭ ਥਾਂ ਦੇ ਉੱਤੇ ਮਨੀ ਖਰਚੀ ਜਾ ਰਹੀ ਹੈ, ਬਟ ਰਿਜ਼ਲਟ ਪੋਜ਼ਿਟਿਵ ਹੋ ਸਕਦੇ ਨੇ, ਕਮਲਾ ਹੈਰਿਸ ਦੇ ਹੱਕ ਦੇ ਵਿੱਚ ਆ ਸਕਦੇ ਨੇ। ਇਹ ਪੈਸੇ ਦੀ ਗੇਮ ਕਿੱਥੇ ਤੱਕ ਸਾਥ ਦੇ ਸਕਦੀ ਹੈ ਕਮਲਾ ਹੈਰਿਸ ਦਾ? ਇਹ ਕੁਐਸਚਨ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜਾ ਇਹ ਮਨੀ ਹੈ ਪਿੱਛੇ ਕਮਲਾ ਹੈਰਿਸ ਦੇ, ਉਹ ਕਿੰਨਾ ਕੁ ਜਾਦੂ ਦਿਖਾਏਗਾ ਔਰ ਕਿੰਨਾ ਕਮਾਲ ਦਿਖਾਏਗਾ। ਕਿਉਂਕਿ ਇਹ ਸਭ ਹੋਣ ਤੋਂ ਬਾਅਦ ਔਰ ਅੰਕੜੇ ਵੀ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਕਮਲਾ ਹੈਰਿਸ ਬੀਟ ਕਰਦੇ ਪਏ ਨੇ ਡੋਨਲਡ ਟਰੰਪ ਨੂੰ। ਤਾਂ ਫਿਰ ਬਾਰ-ਬਾਰ ਇਹ ਗੱਲ ਕਿਉਂ ਹੋ ਰਹੀ ਹੈ ਕਿ ਨੈਕ ਟੂ ਨੈਕ ਹੈ ਜੀ, ਬੜਾ ਔਖਾ ਮਾਮਲਾ ਹੈ ਜੀ, ਬੜੀ ਸਪੇਸ ਘੱਟ ਹੈ ਜੀ, ਮਤਲਬ ਦੋ ਧਾਰੀ ਤਲਵਾਰ ਹੈ ਜੀ, ਬੜੇ ਘੱਟ ਮਾਰਜਨ ਨਾਲ ਜੀ ਇਹ ਇਲੈਕਸ਼ਨਸ ਦੇ ਰਿਜ਼ਲਟ ਆਉਣਗੇ। ਮਤਲਬ ਇਹ ਤਮਾਮ ਤਰ੍ਹਾਂ ਦੀਆਂ ਇਹ ਗੱਲਾਂ ਕਿਉਂ ਹੋ ਰਹੀਆਂ ਨੇ? ਇਹ ਫੋਰਸਫੁਲੀ ਇਸ ਗੱਲ ਦੇ ਉੱਤੇ, ਪੁਆਇੰਟ ਦੇ ਉੱਤੇ ਕਿਉਂ ਸਾਰੇ ਜਾਣੇ ਜ਼ੋਰ ਦੇ ਰਹੇ ਨੇ ਕਿ ਬੜਾ ਜੀ ਮੁਸ਼ਕਲ ਮਾਮਲਾ ਇਹ ਜੀ, ਪਤਾ ਨਹੀਂ ਕਿੱਦਾਂ ਹੱਲ ਹੋਣਾ। ਜਿਹਨੂੰ ਆਪਾਂ ਕਹਿੰਦੇ ਨੇ ਨਾ, ਸਿੰਘ ਜਿਹੜੇ ਨੇ ਲੌਕ ਹੋਏ ਨੇ, ਹੁਣ ਪਤਾ ਨਹੀਂ ਇਹ ਕਿਵੇਂ ਛੁੱਟਣਗੇ ਤੇ ਕਿੱਦਾਂ ਇਹਦਾ ਨਤੀਜਾ ਨਿਕਲੇਗਾ। ਕਿਉਂਕਿ ਇਹ ਇੱਕ ਬੈਟਲ ਗਰਾਊਂਡ ਆ ਨਾ, ਉਧਰੋਂ ਲੀਗਲ ਬੈਟਲ ਚੱਲਦੀਆਂ ਪਈਆਂ ਨੇ, ਕਿਉਂਕਿ ਡੋਨਲਡ ਟਰੰਪ ਦੋ ਚੀਜ਼ਾਂ ਫੇਸ ਕਰਦੇ ਪਏ ਨੇ। ਇੱਕ ਤਾਂ ਪੋਲੀਟੀਕਲ ਬੈਟਲ ਹੈ ਨਾ, ਇਲੈਕਸ਼ਨ ਜਿੱਤਣੀਆਂ ਨੇ, ਇੱਕ ਲੀਗਲ ਬੈਟਲ ਕੋਰਟਾਂ ਦੇ ਵਿੱਚ, ਮੈਂ ਫ੍ਰੀ ਰਹਿਣਾ, ਫ੍ਰੀ ਮੈਨ, ਕਿਤੇ ਜੇਲ੍ਹ ਨਾ ਹੋ ਜਾਏ, ਕਿਤੇ ਇੱਦਾਂ ਦਾ ਸੈਂਟੈਂਸ ਨਾ ਹੋ ਜਾਏ, ਗॉड ਫॉरबिड। ਤਾਂ ਇਹ ਸਭ ਚੀਜ਼ਾਂ ਦੋ ਧਾਰੀ ਤਲਵਾਰ ਹੈ ਉਹਨਾਂ ਵਾਸਤੇ। ਔਰ ਕਮਲਾ ਹੈਰਿਸ ਕਿਉਂਕਿ ਖੁਦ ਲਾਇਰ ਰਹਿ ਚੁੱਕੇ ਨੇ, ਉਹ ਕੋਰਟ ਦੀ ਇਸ ਸੈਂਸਿਟੀਵਿਟੀ ਨੂੰ ਸਮਝਦੇ ਨੇ ਔਰ ਇਸ ਦਾ ਵੀ ਫਲੇਵਰ ਦੇਣ ਦੀ ਕੋਸ਼ਿਸ਼ ਕਰਦੇ ਨੇ ਆਪਣੀਆਂ ਰੈਲੀਜ਼ ਦੇ ਵਿੱਚ, ਔਰ ਹਮੇਸ਼ਾ ਲੋਕਾਂ ਦਾ ਝਾਤ ਮਰਵਾਉਂਦੇ ਰਹਿੰਦੇ ਨੇ ਪਿਛੋਕੜ ਦੇ ਉੱਤੇ ਕਿ ਡੋਨਲਡ ਟਰੰਪ ਦਾ ਪਿਛੋਕੜ ਕੀ ਰਿਹਾ। ਕਿਤੇ ਨਾ ਕਿਤੇ ਕ੍ਰਾਈਮ ਦੀ ਬੈਕਗਰਾਊਂਡ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਪਈਆਂ ਨੇ ਅਕੋਰਡਿੰਗ ਟੂ ਦ ਕੌਂਸਟੀਟਿਊਸ਼ਨ ਐਂਡ ਅਕੋਰਡਿੰਗ ਟੂ ਦ ਲਾਅ ਆਫ ਯੂਨਾਈਟਿਡ ਸਟੇਟਸ। ਕ੍ਰਾਈਮ ਨਾਲ ਜੁੜੀਆਂ ਹੋਈਆਂ ਕਿੱਦਾਂ ਜਿਹੜੀਆਂ ਹੈ ਜਨਵਰੀ 6, 2020, ਮਨੀ ਲਾਂਡਰਿੰਗ ਹੈ ਨਾ, ਔਰ ਤਮਾਮ ਤਰ੍ਹਾਂ ਦੀਆਂ ਗੱਲਾਂ। ਅਸੀਂ ਸਾਰੇ ਹੁਣ ਡਿਟੇਲ ਵਿੱਚ ਉਹਦੀ ਨਾ ਜਾਈਏ ਕਿਉਂਕਿ ਅਸੀਂ ਸਾਰੇ ਉਸ ਨੂੰ ਜਾਣਦੇ ਹਾਂ। ਸੋ ਇਸ ਚੀਜ਼ ਨੂੰ ਵੀ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੇਖੋ ਗੱਲ ਇਹ ਆ ਕਿ ਓਪੋਨੈਂਟ ਤੁਹਾਡੀ ਕਮਜ਼ੋਰੀ ਦੇ ਉੱਤੇ ਅਟੈਕ ਮਾਰੇਗਾ ਔਰ ਤੁਹਾਡੀ ਕਮਜ਼ੋਰੀ ਨੂੰ ਰਿਪੀਟ ਕਰੇਗਾ, ਲੋਕਾਂ ਦੇ ਸਾਹਮਣੇ ਬਾਰ-ਬਾਰ ਉਹਨੂੰ ਪੂਰਾ ਫੋਰਸਫੁਲੀ ਲੈ ਕੇ ਆਏਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬਈ ਇਹ ਕੱਖ ਨਹੀਂ ਹੈਗਾ, ਇਹ ਬੰਦਾ ਨਿਕੰਮਾ ਹੈ, ਇਹ ਬੰਦਾ ਕਿਸੇ ਕੰਮ ਦਾ ਨਹੀਂ, ਮੈਂ ਕਮਾਲ ਦਾ, ਮੈਨੂੰ ਵੋਟ ਪਾਓ।
ਕਿਉਂਕਿ ਜਿੰਨਾ ਤੁਸੀਂ ਦੂਸਰੇ ਨੂੰ ਡਿਗਰੇਡ ਕਰੋਗੇ, ਜਿੰਨਾ ਡਾਊਨ ਕਰੋਗੇ, ਉਹਨਾਂ ਤੁਸੀਂ ਇਹ ਸਮਝ ਦਿਓਗੇ ਤੁਹਾਡੀ ਇਮੇਜ ਅਪ ਹੋਏਗੀ ਔਰ ਲੋਕ ਤੁਹਾਡੇ ਵੱਲ ਧਿਆਨ ਦੇਣਗੇ ਔਰ ਲੋਕ ਤੁਹਾਨੂੰ ਵੋਟਿੰਗ ਕਰਨਗੇ। ਦਿਸ ਇਜ਼ ਪ੍ਰੈਟੀ ਟਰੂ। ਇਹ ਹੁੰਦਾ, ਇਹੀ ਹਰ ਦੇਸ਼ ਦੀ ਰਾਜਨੀਤੀ ਦਾ ਸੱਚ ਹੈ, ਦੂਜੇ ਨੂੰ ਨੀਵਾਂ ਦਿਖਾਉਣਾ। ਸੋ ਇਹ ਹੋ ਰਿਹਾ। ਔਰ ਨਾਲ ਇੱਕ ਆਵਾਜ਼ ਜੋ ਸਾਰਿਆਂ ਦੀ ਇਕੱਠੀ ਆਵਾਜ਼ ਹੈ, ਉਹਦੇ ਵਿੱਚ ਫਿਰ ਉਹੀ ਗੱਲ ਆ ਰਹੀ ਆ ਕਿ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਰੇਸਿਜ਼ਮ ਨੂੰ ਲੈ ਕੇ ਲੋਕਾਂ ਦੇ ਵਿੱਚ ਹਜੇ ਵੀ ਕੀ ਸੋਚ ਹੈਗੀ ਆ, ਕਿਉਂਕਿ ਫਿਊਚਰ ਹੈ ਕੰਟਰੀ ਦਾ ਔਰ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਦੇ ਰਹੇ ਹਾਂ, ਕਿੱਦਾਂ ਦੀ ਸੋਚ ਦੇ ਰਹੇ ਹਾਂ। ਝਾਤ ਮਾਰ ਕੇ ਦੇਖੋ ਇਹ ਸਾਰੀ ਇਲੈਕਸ਼ਨ ਕੈਂਪੇਨਸ ਦੇ ਉੱਤੇ ਔਰ ਜਿੱਦਾਂ ਦੇ ਵਿਚਾਰ ਕਮਲਾ ਹੈਰਿਸ ਦੇ ਰਹੇ ਨੇ ਪਬਲਿਕ ਦੇ ਵਿੱਚ, ਜਿੱਦਾਂ ਦੇ ਵਿਚਾਰ ਡੋਨਲਡ ਟਰੰਪ ਦੇ ਰਹੇ ਨੇ ਪਬਲਿਕ ਦੇ ਵਿੱਚ, ਜਿੱਦਾਂ ਦੇ ਵਿਚਾਰ ਉਹਨਾਂ ਦੇ ਸਪੋਰਟਰਸ ਦੇ ਰਹੇ ਨੇ ਪਬਲਿਕ ਦੇ ਵਿੱਚ, ਫੇਸਬੁੱਕ, ਇੰਸਟਾਗ੍ਰਾਮ, ਇਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਦੇ ਡਿਬੇਟਸ ਚੱਲਦੇ ਨੇ, ਜਿੱਦਾਂ ਦੇ ਵਿਚਾਰ ਦਿੱਤੇ ਜਾ ਰਹੇ ਨੇ ਪਬਲਿਕ ਦੇ ਵਿੱਚ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜ਼ਹਿਰੀਲੀ ਵਿਚਾਰਧਾਰਾ, ਜ਼ਹਿਰ ਨਾਲ ਭਿੱਜੀਆਂ ਹੋਈਆਂ ਗੱਲਾਂ ਜੋ ਕਿਤੇ ਨਾ ਕਿਤੇ ਯੰਗਸਟਰਸ ਔਰ ਜੋ ਛੋਟੇ ਛੋਟੇ ਦਿਮਾਗ ਦੇ, ਕਮਜ਼ੋਰ ਦਿਮਾਗ ਦੇ, ਮਤਲਬ ਹਜੇ ਪੁੰਗਰਦੀ ਹੋਈ ਫਸਲ ਹੈ, ਉਹ ਬੱਚੇ, ਉਹਨਾਂ ਦੇ ਅੰਦਰ ਅਸੀਂ ਕਿੱਦਾਂ ਦੀ ਵਿਚਾਰਧਾਰਾ ਦੇ ਰਹੇ ਹਾਂ, ਜ਼ਹਿਰ ਭਰਦੇ ਪਏ ਹਾਂ ਉਹਨਾਂ ਦੀ ਸੋਚ ਦੇ ਵਿੱਚ ਔਰ ਇਸ ਸੋਚ ਦੇ ਨਾਲ ਉਹ ਕਿੱਦਾਂ ਦੇ ਫਿਊਚਰ ਦਾ ਨਿਰਮਾਣ ਕਰਨਗੇ। ਔਰ ਅਸੀਂ ਇਹ ਜ਼ਹਿਰ ਕਿਉਂ ਭਰਦੇ ਪਏ ਹਾਂ? ਕਿਉਂਕਿ ਅਸੀਂ ਇਲੈਕਸ਼ਨਸ ਜਿੱਤਣੀਆਂ ਨੇ। ਇਲੈਕਸ਼ਨਸ ਇਹ ਇੰਪੋਰਟੈਂਟ ਹੈ ਸਾਡੇ ਵਾਸਤੇ, ਸੋਸਾਇਟੀ ਇੰਪੋਰਟੈਂਟ ਨਹੀਂ ਹੈ ਸ਼ਾਇਦ। ਸੋਸਾਇਟੀ ਦੇ ਵਿੱਚ ਇਹ ਗੰਦੀ, ਇਹ ਜ਼ਹਿਰੀਲੀ ਵਿਚਾਰਧਾਰਾ ਕੀ ਕਰ ਸਕਦੀ ਹੈ? ਰੇਸਿਜ਼ਮ ਤੋਂ ਗੰਦੀ ਔਰ ਜ਼ਹਿਰੀਲੀ ਵਿਚਾਰਧਾਰਾ ਕੋਈ ਨਹੀਂ ਹੁੰਦੀ ਜਦੋਂ ਇੱਕ ਇਨਸਾਨ ਦੂਜੇ ਇਨਸਾਨ ਦੇ ਵਿੱਚ ਵਿਤਕਰਾ ਕਰਦਾ ਹੈ। ਮੈਂ ਉੱਚਾ, ਤੂੰ ਨੀਵਾਂ, ਇਹ ਸਭ ਤੋਂ ਮਾੜੀ ਸੋਚ ਹੈ। ਇਸ ਦੀ ਇਜਾਜ਼ਤ ਨਾ ਤਾਂ ਕੌਨਸਟੀਟਿਊਸ਼ਨ ਆਫ ਅਮਰੀਕਾ ਦਿੰਦਾ ਤੇ ਨਾ ਨੈਚੁਰਲ ਲਾਅ ਦਿੰਦਾ, ਕਿਉਂਕਿ ਸਾਰੇ ਕੁਦਰਤ ਦੇ ਪੈਦਾ ਕੀਤੇ ਹੋਏ ਅਸੀਂ ਬੱਚੇ ਹਾਂ ਕੁਦਰਤ ਦੇ, ਤਾਂ ਫਿਰ ਸਾਰੇ ਬਰਾਬਰ ਆ। ਔਰ ਕੌਨਸਟੀਟਿਊਸ਼ਨ ਆਫ ਅਮਰੀਕਾ ਵੀ ਕਹਿੰਦਾ ਸਾਰੇ ਬਰਾਬਰ ਆ। ਔਰ ਇਹ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਸਾਰੇ ਬਰਾਬਰ ਨੇ, ਸਾਰਿਆਂ ਦੀ ਵੋਟ ਓਨੀ ਹੀ ਇੰਪੋਰਟੈਂਟ ਹੈ। ਇਹ ਨਹੀਂ ਕਿ ਮੈਂ ਉੱਚਾ ਤੇ ਮੇਰੀ ਵੋਟ 2 ਜਣਿਆਂ ਦੇ ਬਰਾਬਰ ਹੋਏਗੀ ਤੇ ਤੂੰ ਨੀਵਾਂ ਤੇ ਤੇਰੀ ਵੋਟ ਅੱਧੀ ਗਿਣੀ ਜਾਏਗੀ। ਐਦਾਂ ਨਹੀਂ ਆ। ਸਾਰਿਆਂ ਦੀ ਵੋਟ ਦਾ ਮਤਲਬ ਇੱਕੋ ਹੀ ਹੈ, ਇੰਪੋਰਟੈਂਸ ਇੱਕੋ ਹੀ ਹੈ। ਇਹਦਾ ਮਤਲਬ ਸਭ ਬਰਾਬਰ ਨੇ। ਡੈਮੋਕ੍ਰੇਸੀ, ਲੋਕਤੰਤਰ, ਲੋਕਾਂ ਦਾ ਰਾਜ, ਫॉर द पीपल, ऑफ द पीपल, बाय द पीपल, ਇਹ ਡੈਫੀਨੇਸ਼ਨ ਅਮਰੀਕਾ ਦੀ ਧਰਤੀ ਤੋਂ ਹੀ ਮਾਡਰਨ ਡੈਮੋਕ੍ਰੇਸੀ ਲਈ ਪੂਰੀ ਦੁਨੀਆ ਦੇ ਵਿੱਚ ਗਈ ਹੋਈ ਹੈ। ਸੋ ਇਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ। ਇਸ ਕਰਕੇ ਰੇਸਿਜ਼ਮ ਇਜ਼ ਨਾਟ ਐਕਸੈਪਟੇਬਲ। ਇਸ ਚੀਜ਼ ਦਾ ਆਪਾਂ ਖਾਸ ਧਿਆਨ ਰੱਖੀਏ ਕਿ ਇਹ ਚੀਜ਼ਾਂ ਕਿੱਦਾਂ ਦੀਆਂ ਗੱਲਾਂ ਪੈਦਾ ਕਰ ਰਹੀਆਂ ਨੇ। ਸੋ ਹੁਣ ਇੱਥੇ ਗੱਲ ਆਉਂਦੀ ਹੈ ਕਿ ਕਮਲਾ ਹੈਰਿਸ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਕੀ ਕਹਿਣਾ ਚਾਹੁੰਦੇ ਨੇ। ਕਿਤੇ ਨਾ ਕਿਤੇ ਲੱਗਦਾ ਕਿ ਜਿੱਦਾਂ ਉੱਤੇ ਬੈਠਾ ਕੋਈ ਬੰਦਾ ਆਰਡਰ ਨਹੀਂ ਕਰਦਾ ਹੁੰਦਾ ਥੱਲੇ ਵਾਲਿਆਂ ਨੂੰ, ਇੱਦਾਂ ਕਰਨਾ, ਇੱਦਾਂ ਕਰਨਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਸ਼ਾਇਦ ਉਹਨਾਂ ਦਾ ਸਟਾਈਲ ਇਹ ਹੈ। ਕਈ ਲੋਕ ਇਹ ਕਹਿੰਦੇ ਨੇ ਕਿ ਉਹ ਡੈਮੋਕ੍ਰੇਟਸ ਦਾ ਹੀ ਮੈਸੇਜ ਦੇ ਰਹੇ ਨੇ, ਆਪਣੇ ਵੱਲੋਂ ਸ਼ਾਇਦ ਕੋਈ ਨਵੀਂ ਗੱਲ ਨਹੀਂ ਕਰ ਰਹੇ, ਬਟ ਨੋ, ਉਹ ਆਪਣੀ ਪਹਿਚਾਣ ਬਣਾ ਰਹੇ ਨੇ। ਜੋ ਬਾਈਡਨ ਦੀ ਸ਼ੈਡੋ ਵਿੱਚੋਂ ਬਾਹਰ ਨਿਕਲਦੇ ਪਏ ਨੇ ਔਰ ਆਪਣੀ ਪਛਾਣ ਬਣਾਉਂਦੇ ਪਏ ਨੇ। ਆਫ ਕੋਰਸ ਬਾਈਡਨ ਐਂਡ ਹੈਰਿਸ ਐਡਮਿਨਿਸਟ੍ਰੇਸ਼ਨ ਤਾਂ ਹੈ ਹੀ ਆ ਔਰ ਅੱਗੇ ਚੱਲਣੀ ਵੀ ਹੈ ਜੀ, ਉਹ ਜਿੱਤ ਜਾਂਦੇ ਨੇ ਕਮਲਾ ਹੈਰਿਸ। ਉਸ ਤੋਂ ਬਾਵਜੂਦ ਵੀ ਉਹ ਆਪਣੀ ਇੱਕ ਪਹਿਚਾਣ ਬਣਾ ਰਹੇ ਨੇ ਔਰ ਉਹਨਾਂ ਨੂੰ ਬਣਾਉਣੀ ਚਾਹੀਦੀ ਵੀ ਆ। ਇਹੀ ਇੱਕ ਪੋਲੀਟੀਕਲ ਲੀਡਰ ਦਾ ਫਰਜ਼ ਵੀ ਬਣਦਾ। ਸੋ ਕਿਤੇ ਨਾ ਕਿਤੇ ਲੱਗਦਾ ਕਿ ਉਹ ਟੌਪ 'ਤੇ ਬੈਠੇ ਨੇ ਤੇ ਬਾਟਮ ਵੱਲ ਉਹਨਾਂ ਦੇ ਆਰਡਰਸ ਹੀ ਆ ਰਹੇ ਨੇ ਮੈਸੇਜ ਦੇ ਰੂਪ ਦੇ ਵਿੱਚ, ਬਟ ਇੱਦਾਂ ਵੀ ਨਹੀਂ ਹੋ ਸਕਦਾ। ਉਹਨਾਂ ਦਾ ਇੱਕ ਸਟਾਈਲ ਹੋ ਸਕਦਾ ਗੱਲ ਕਰਨ ਦਾ, ਕਿਉਂਕਿ ਇਹ ਵੀ ਐਕਸਪਰਟਸ ਦੀ ਰਾਏ ਹੈ ਕਿ ਜਿੱਥੇ ਵੀ ਜਾਂਦੇ ਨੇ ਨਾ ਕਮਲਾ ਹੈਰਿਸ, ਉੱਥੋਂ ਦਾ ਐਕਸੈਂਟ ਅਪਣਾ ਲੈਂਦੇ ਨੇ, ਉੱਥੋਂ ਦੀ ਬੋਲਚਾਲ ਕਰਨ ਦੀ ਤਰੀਕਾ ਕੀ ਆ, ਉੱਥੋਂ ਦੀ ਸੋਚ ਕੀ ਆ, ਉਹਦੇ ਮੁਤਾਬਿਕ ਗੱਲ ਕਰਨਾ, ਤਾਂ ਉਹ ਚੇਂਜ ਹੁੰਦੇ ਨੇ। ਔਰ ਇਸ ਨੂੰ ਓਪੋਨੈਂਟਸ ਕਹਿੰਦੇ ਨੇ ਕਿ ਉਹ ਯੂ ਟਰਨ ਮਾਰਦੇ ਪਏ ਨੇ ਜੀ, ਫਲਿੱਪ ਫਲॉप ਕਰਦੇ ਪਏ ਨੇ ਜੀ, ਆਪਣੇ ਆਪ ਨੂੰ ਹਰ ਥਾਂ 'ਤੇ ਬਦਲ ਲੈਂਦੇ ਨੇ ਜੀ, ਉਹਨਾਂ ਦਾ ਕੋਈ ਭਰੋਸਾ ਨਹੀਂ। ਉਹ ਇੱਦਾਂ ਦੀ ਗੱਲ ਨਹੀਂ। ਉਹ ਤੇ ਲੋਕਾਂ ਨੂੰ ਕਨਵਿੰਸ ਕਰਨ ਵਾਸਤੇ, ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਤੁਹਾਡੇ ਵਿੱਚੋਂ ਹੀ ਹਾਂ, ਉਹਦੇ ਮੁਤਾਬਿਕ ਆਪਣੇ ਆਪ ਨੂੰ ਚੇਂਜ ਕਰਦੇ ਨੇ। ਗੱਲ ਤਾਂ ਉਹੀ ਹੋਈ ਆ, ਕਿਉਂਕਿ ਪੋਲੀਟੀਕਲ ਬੈਕਗਰਾਊਂਡ ਔਰ ਪੋਲੀਟੀਕਲ ਸਟੇਜ ਦੇ ਉੱਤੇ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਇੱਕ ਐਕਟਰ ਹੋ। ਇਹ ਇੱਕ ਪਰਫਾਰਮਿੰਗ ਆਰਟ ਆ। ਜਦੋਂ ਤੁਸੀਂ ਲੋਕਾਂ ਨੂੰ ਐਡਰੈਸ ਕਰਦੇ ਹੋ ਤਾਂ ਜਿੰਨੀ ਖੂਬਸੂਰਤੀ ਨਾਲ ਤੁਸੀਂ ਐਕਟ ਕਰੋਗੇ, ਡਾਇਲੋਗ ਬੋਲੋਗੇ, ਪਰਫਾਰਮ ਕਰੋਗੇ, ਜਿੰਨੀ ਜ਼ਬਰਦਸਤ ਤੁਹਾਡੀ ਸਕ੍ਰਿਪਟ ਹੋਏਗੀ, ਉਨਾ ਹੀ ਲੋਕਾਂ ਦੇ ਉੱਤੇ ਅਸਰ ਪਾਏਗਾ ਔਰ ਉਹੀ ਤੁਹਾਡਾ ਵੋਟ ਬੈਂਕ ਹੈ। ਸੋ
ਇਹ ਜਿਹੜਾ ਮੈਸੇਜ ਮਿਲਦਾ ਕਿ ਉਤੋਂ ਅਥਾਰਟੀ ਵਕਨ ਨੂੰ ਦਿੰਦੇ ਨੇ, ਸ਼ਾਇਦ ਕਿਤੇ ਨਾ ਕਿਤੇ ਹਜ਼ਮ ਹੋਣ ਵਾਲੀ ਗੱਲ ਨਹੀਂ ਹੈ। ਕਿਉਂਕਿ ਜੇ ਕਮਲਾ ਹੈਰਿਸ ਦਾ ਪਿਛੋਕੜ ਦੇਖਿਆ ਜਾਵੇ ਤਾਂ ਉਹਨਾਂ ਦੀ ਪਰਸਨੈਲਿਟੀ ਦੇਖੀ ਜਾਵੇ, ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਦੇਖਿਆ ਜਾਵੇ, ਉਹਨਾਂ ਦੇ ਵਿਜ਼ਨਸ ਦੇਖੇ ਜਾਣ ਤਾਂ ਇਹ ਗੱਲ ਸੂਟ ਨਹੀਂ ਕਰਦੀ। ਸੋ ਹੁਣ ਇੱਥੇ ਗੱਲ ਇਹ ਹੁੰਦੀ ਆ ਕਿ ਜੋ ਟ੍ਰੈਡੀਸ਼ਨਲੀ ਹਿਸਟਰੀ ਰਹੀ ਹੈ ਅਮਰੀਕਨ ਪੋਲੀਟੀਕਲ ਹਿਸਟਰੀ, ਉਸ ਤੋਂ ਕਿੰਨੀਆਂ ਕੁ ਵੱਖਰੀਆਂ ਨੇ ਇਹ ਵਾਲੀਆਂ ਚੋਣਾਂ 2024 ਦੀਆਂ। ਡੋਨਲਡ ਟਰੰਪ ਨੂੰ ਦੇਖੀਏ, ਕਮਲਾ ਹੈਰਿਸ ਨੂੰ ਦੇਖੀਏ ਤਾਂ ਫਿਰ ਨਵਾਂ ਕੀ ਹੈ ਬਾਈ ਅੱਜ ਦੀ ਦੁਨੀਆ ਦੇ ਵਿੱਚ ਜਿਹੜੀਆਂ ਇਹ ਨਵੀਆਂ ਚੋਣਾਂ ਹੋ ਜਾ ਰਹੀਆਂ ਨੇ ਔਰ ਪੂਰੀ ਦੁਨੀਆ ਇਹਦੇ ਵੱਲ ਦੇਖਦੀ ਪਈ ਹੈ। ਸੋ ਵਾਟ ਇਜ਼ ਨਿਊ ਅਬਾਊਟ ਇਟ? ਇਹ ਕਿੱਦਾਂ ਵੱਖਰੀਆਂ ਨੇ ਆਪਣੀ ਹਿਸਟੋਰੀਕਲ ਬੈਕਗਰਾਊਂਡ ਤੋਂ? ਇੱਥੇ ਇੱਕ ਨਵਾਂ ਪੁਆਇੰਟ ਆਉਂਦਾ ਕਿ ਇਹ ਸੋਚ ਜੋ ਕਮਲਾ ਹੈਰਿਸ ਦੀ ਆ, ਇਹ ਸੋਚ ਜੋ ਡੋਨਲਡ ਟਰੰਪ ਦੀ ਹੈ, ਇਹ ਯੰਗ ਅਮਰੀਕਾ ਨੂੰ ਕਿੰਨੀ ਕੁ ਸੂਟ ਕਰਦੀ ਆ। ਕਿਉਂਕਿ ਆਉਣ ਵਾਲਾ ਸਮਾਂ ਭਵਿੱਖ ਯੰਗ ਜਨਰੇਸ਼ਨ ਦਾ, ਆਉਣ ਵਾਲਾ ਸਮਾਂ ਯੰਗ ਪੀਪਲ ਦਾ, ਔਰ ਉਹ ਕਿੱਦਾਂ ਦਾ ਯੰਗ ਅਮਰੀਕਾ ਬਣਾਉਣਾ ਚਾਹੁੰਦੇ ਨੇ ਉਹਦੇ ਮੁਤਾਬਿਕ ਕੌਣ ਜੈਲ ਕਰਦਾ ਯੰਗ ਜਨਰੇਸ਼ਨ ਦੀ ਸੋਚ ਦੇ ਵਿੱਚ, ਕਮਲਾ ਹੈਰਿਸ ਕਿ ਡੋਨਲਡ ਟਰੰਪ? ਇਹ ਦੇਖਣ ਵਾਲੀ ਚੀਜ਼ ਹੈ। ਐਂਡ ਪਲੱਸ ਟੂ ਦੈਟ ਕੌਣ ਜ਼ਿਆਦਾ ਕਾਬਿਲ ਹੈ ਇਕੋਨਮੀ ਨੂੰ ਸੰਭਾਲਣ ਦੇ ਵਿੱਚ, ਵਾਈਟ ਹਾਊਸ ਦੀਆਂ ਰਿਸਪੌਂਸਿਬਿਲਿਟੀ ਨੂੰ ਸੰਭਾਲਣ ਦੇ ਵਿੱਚ? ਇਹ ਵੀ ਗੱਲ ਦੇਖਣ ਵਾਲੀ ਹੈ। ਔਰ ਦੋਵਾਂ ਦਾ ਨੈਕ ਟੂ ਨੈਕ ਕੰਪੀਟੀਸ਼ਨ ਵਾਲੀ ਫਿਰ ਗੱਲ ਆ ਜਾਂਦੀ ਆ ਕਿ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਨੇ ਔਰ ਬਹੁਤ ਲੰਬਾ ਚੌੜਾ ਇਤਿਹਾਸ ਹੈ, ਐਕਸਪੀਰੀਅੰਸ ਹੈ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨਾਂ ਦਾ, ਕਿਉਂਕਿ ਉਹ ਲਾਇਰ ਨੇ। ਔਰ ਡੋਨਲਡ ਟਰੰਪ ਸਾਬਕਾ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਫਾਰਮਰ ਪ੍ਰੈਜ਼ੀਡੈਂਟ ਆਫ ਅਮਰੀਕਾ, ਔਰ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੈ ਔਰ ਉਹਨਾਂ ਦਾ ਵੀ ਬਹੁਤ ਲੰਬਾ ਚੌੜਾ ਐਕਸਪੀਰੀਅੰਸ ਹੈ ਐਡਮਿਨਿਸਟ੍ਰੇਸ਼ਨ ਦਾ ਵੀ ਤੇ ਬਿਜ਼ਨਸ ਦਾ ਵੀ। ਸੋ ਇਹ ਦੋਵੇਂ ਚੀਜ਼ਾਂ ਦੇ ਵਿੱਚ ਹੁਣ ਇਹ ਇਲੈਕਟੋਰਲ ਕਾਜ਼ ਕੀ ਆ, ਕਿਸ ਕਾਰਨ ਵੋਟਰਸ ਨੇ ਵੋਟ ਪਾਉਣੀ ਹੈ, ਇਹ ਵੋਟਰਸ ਨੇ ਸੋਚਣਾ ਹੈ। ਔਰ ਨਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਕੈਂਪੇਨਸ ਆਪਣਾ ਆਪਣਾ ਮੈਸੇਜ ਦੇ ਰਹੀਆਂ ਨੇ ਔਰ ਲੋਕਾਂ ਨੂੰ ਜਿੱਤਣ ਵਾਸਤੇ, ਵੋਟਰਸ ਨੂੰ ਵਿਨ ਕਰਨ ਵਾਸਤੇ, ਵੋਟ ਨੂੰ ਵਿਨ ਕਰਨ ਵਾਸਤੇ, ਉਹ ਰਿਜ਼ਲਟ ਕਿੱਧਰ ਨੂੰ ਜਾਂਦਾ ਲੱਗਦਾ। ਨਾਓ ਕਿਤੇ ਨਾ ਕਿਤੇ ਐਕਸਪਰਟਸ ਵੀ ਮਜ਼ਾ ਲੈਂਦੇ ਨੇ ਨਾ, ਹਰੇਕ ਨੂੰ ਮਜ਼ਾ ਲੈਣ ਦਾ ਵੀ ਇਖਤਿਆਰ ਆ ਬਈ, ਲਿਬਰਟੀ ਆ। ਹੁਣ ਇਹ ਮੌਕਾ ਮਿਲਿਆ ਹੋਇਆ ਇਲੈਕਸ਼ਨਸ ਦੇ ਵਿੱਚ, ਤਾਂ ਫਿਰ ਐਕਸਪਰਟਸ ਕਹਿੰਦੇ ਨੇ ਯਾਰ ਗੱਲ ਇਹ ਸੋਚਣ ਵਾਲੀ ਆ ਕਿ ਡੋਨਲਡ ਟਰੰਪ ਨੂੰ ਵੂਮਨਸ ਦੇ ਨਾਲ ਕੋਈ ਪ੍ਰੋਬਲਮ ਆ, ਵੂਮਨ ਦੇ ਨਾਲ ਕੋਈ ਪ੍ਰੋਬਲਮ ਹੈ ਕਿ ਥੋੜ੍ਹਾ ਜਿਹਾ ਐਂਟੀ ਜੇ ਲੱਗਦੇ ਨੇ। ਅਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਕਮਲਾ ਹੈਰਿਸ ਨੂੰ ਮੈਨ ਦੇ ਨਾਲ ਕੋਈ ਪ੍ਰੋਬਲਮ ਹੈ ਕਿ ਬਲੈਕ ਮੈਨ ਵੋਟਰ ਦੇ ਲਈ ਉਹਨਾਂ ਨੂੰ ਇੱਦਾਂ ਦੀਆਂ ਪੋਲਿਸੀਜ਼ ਦੇਣੀਆਂ ਪੈਂਦੀਆਂ ਪਈਆਂ, ਓਪਰਚੁਨਿਟੀ ਇਕੋਨਮੀ, ਮਜ਼ਾ ਲੈ ਰਹੇ ਨੇ। ਖੈਰ ਉਹਨਾਂ ਨੂੰ ਵੀ ਮਜ਼ਾ ਲੈਣ ਦਾ ਹੱਕ ਹੈ, ਬਿਕੋਜ਼ ਕੌਫੀ ਵੀ ਪੀਣੀ ਆ ਅਤੇ ਚਾਹ ਦੀਆਂ ਚੁਸਕੀਆਂ ਵੀ ਲੈਣੀਆਂ, ਅਤੇ ਹੁਣ ਕੋਈ ਨਾ ਕੋਈ ਗੱਲਬਾਤ ਤਾਂ ਹੋਣੀ ਚਾਹੀਦੀ ਹੈ। ਐਵੇਂ ਹੀ ਸਹੀ, ਚਲੋ ਇਹ ਐਵੇਂ ਵਾਲੀਆਂ ਗੱਲਾਂ ਦੇ ਵਿੱਚ ਇਹ ਗੱਲਾਂ ਵੀ ਆਉਂਦੀਆਂ ਨੇ ਕਿ ਟਰੰਪਸ woman problem and Harris have man problem। so ਇਹ ਸਭ ਗੱਲਾਂ ਸਾਈਮਲਟੇਨੀਅਸਲੀ ਚੱਲਦੀਆਂ ਰਹਿੰਦੀਆਂ ਨੇ, ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਡੈਮੋਕ੍ਰੇਸੀ ਹੈ, ਹਰੇਕ ਬੰਦੇ ਨੂੰ ਆਪਣੇ ਵਿਚਾਰ ਦੇਣ ਦਾ ਅਧਿਕਾਰ ਹੈ, ਚਾਹੇ ਉਹ ਸੀਰੀਅਸਲੀ ਦਵੇ, ਚਾਹੇ ਉਹ ਮਜ਼ਾਕ ਦੇ ਵਿੱਚ ਦਵੇ। ਸੋ ਇਹ ਗੱਲ ਦੇਖਣੀ ਪਏਗੀ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਕਿਆ ਹਜੇ ਵੀ ਇਹ ਸੋਚ ਹੈ, ਜਿਵੇਂ ਰੇਸਿਜ਼ਮ ਦੀ ਆਪਾਂ ਗੱਲ ਕੀਤੀ, ਉਵੇਂ ਜੈਂਡਰ ਦੀ ਵੀ ਸੋਚ ਹੈ ਕਿ ਵੂਮਨ ਅਤੇ ਮੈਨ ਦੇ ਵਿੱਚ ਕੋਈ ਫਰਕ ਕੀਤਾ ਜਾਂਦਾ ਹੈ। ਕਿਉਂਕਿ ਇਤਿਹਾਸ ਗਵਾਹ ਹੈ ਕਿ ਅੱਜ ਤੱਕ ਕੋਈ ਵੀ ਔਰਤ ਪ੍ਰੈਜ਼ੀਡੈਂਟ ਆਫ ਅਮਰੀਕਾ ਨਹੀਂ ਬਣੀ। ਵਾਈ? ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ, ਜਿੱਥੋਂ ਡੈਮੋਕ੍ਰੇਸੀ ਦੀ ਮਾਡਰਨ ਪਰਿਭਾਸ਼ਾ ਸ਼ੁਰੂ ਹੁੰਦੀ ਹੈ, ਉਸ ਧਰਤੀ ਦੇ ਉੱਤੇ ਇਹ ਡਿਫਰੈਂਸ਼ੀਏਟ, ਇਹ ਔਰਤ ਨੂੰ ਪਿੱਛੇ ਰੱਖਣ ਵਾਲੀ ਗੱਲ ਹੈ ਔਰ ਮਰਦ ਨੂੰ ਅੱਗੇ ਰੱਖਣ ਵਾਲੀ ਗੱਲ ਹੈ ਕਿ ਮਰਦ ਪ੍ਰਧਾਨ ਸੁਸਾਇਟੀ ਹੈ। ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਅਮਰੀਕਨਸ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਕਿ ਮਰਦ ਜ਼ਿਆਦਾ ਕਾਬਿਲ ਹੁੰਦੇ ਨੇ ਔਰਤ ਤੋਂ। ਇਹ ਗੱਲ ਬਹੁਤ ਵੱਡਾ ਪੁਆਇੰਟ ਆ ਕਿ ਹਿਸਟਰੀ ਦੇ ਵਿੱਚ ਕਦੀ ਵੀ ਕੋਈ ਲੇਡੀ ਪ੍ਰੈਜ਼ੀਡੈਂਟ ਆਫ ਅਮਰੀਕਾ ਕਿਉਂ ਨਹੀਂ ਬਣੀ। ਐਫਰਟਸ ਕਈ ਵੀ ਹੋਈਆਂ, ਪੁਰਾਣੇ ਸਮੇਂ 'ਚ ਵੀ ਹੋਈਆਂ। ਹਿਲੇਰੀ ਕਲਿੰਟਨ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਔਰ ਉਹਨਾਂ ਨੇ ਜੋ ਬਾਈਡਨ ਨੂੰ 3 ਵਾਰ ਡਿਬੇਟਸ ਦੇ ਵਿੱਚ ਹਰਾਇਆ ਵੀ ਸੀ 2016, ਬਟ ਹਾਰ ਗਏ। ਸੋ ਇਹ ਅਮਰੀਕਨ ਸੁਸਾਇਟੀ ਦੀ ਸੋਚ ਮਰਦ ਪ੍ਰਧਾਨ ਸੋਚ ਹੈ, ਔਰਤ ਨੂੰ ਪਿੱਛੇ ਰੱਖਦੇ ਨੇ, ਜਾਂ ਫਿਰ ਇੱਕ ਵਹਿਮ ਹੈ ਕਿ ਔਰਤ ਨੂੰ ਪਿੱਛੇ ਨਹੀਂ ਰੱਖਦੇ, ਬਰਾਬਰ ਰੱਖਦੇ ਨੇ।
ਇਹਨਾਂ ਇਲੈਕਸ਼ਨਸ ਦੇ ਵਿੱਚ ਕਹਿੰਦੇ ਨੇ ਇਹ ਵੀ ਤੈਅ ਹੋ ਸਕਦਾ ਹੈ ਕਿ ਡੈਮੋਕ੍ਰੇਸੀ ਦੀ ਨਵੀਂ ਪਰਿਭਾਸ਼ਾ ਕੀ ਹੈ ਤੇ ਔਰਤ ਮਰਦ ਦੇ ਸੰਬੰਧ ਉਹ ਕਿੱਦਾਂ ਰੱਖਦੇ ਨੇ, ਕਿ ਕਿੱਥੋਂ ਕਿਹਨੂੰ ਰੱਖਦੇ ਨੇ, ਤੇ ਤੀਸਰਾ ਇਨਸਾਨ ਦੇ ਵਿੱਚ ਫਰਕ ਰੱਖਦੇ ਨੇ ਕਿ ਨਹੀਂ ਰੇਸਿਜ਼ਮ ਦੀ ਗੱਲ ਆਉਂਦੀ, ਕਿਉਂਕਿ ਡੋਨਲਡ ਟਰੰਪ ਬਾਰ-ਬਾਰ ਕਮਲਾ ਹੈਰਿਸ ਦੇ ਉੱਤੇ ਰੇਸਿਜ਼ਮ ਦੇ ਅਟੈਕ ਕਰਦੇ ਨੇ ਐਂਡ ਇਹ ਵੀ ਕਹਿੰਦੇ ਨੇ ਸ਼ੀ ਇਜ਼ ਨਾਟ ਬਲੈਕ, ਕਿਉਂਕਿ ਬਲੈਕ ਵੋਟਰਸ ਕਿਤੇ ਉਧਰ ਨਾ ਚਲੇ ਜਾਣ। ਇਹ ਵੀ ਬੜਾ ਕੈਲਕੂਲੇਸ਼ਨਸ ਦੇ ਨਾਲ ਚੱਲਦੇ ਪਏ ਨੇ। ਸੋ ਇਹ तमाम ਗੱਲਾਂ ਰੇਸਿਜ਼ਮ ਦੇ ਉੱਤੇ, ਜੈਂਡਰ ਇਕੁਐਲਿਟੀ ਦੇ ਉੱਤੇ, ਡੈਮੋਕ੍ਰੇਸੀ ਦੀ ਸਿਹਤ ਦੇ ਉੱਤੇ, ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਐਂਡ ਫਿਊਚਰ ਆਫ ਅਮਰੀਕਾ, ਜਿਹਦੇ ਵਾਸਤੇ ਕਮਲਾ ਹੈਰਿਸ ਵੀ ਰਿਸਪੌਂਸਿਬਲ ਨੇ, ਡੋਨਲਡ ਟਰੰਪ ਵੀ ਰਿਸਪੌਂਸਿਬਲ ਨੇ, ਸਾਰੇ ਅਮਰੀਕਨਸ ਰਿਸਪੌਂਸਿਬਲ ਨੇ। ਸੋ ਹੁਣ ਇੱਥੇ ਇੱਕ ਪੁਆਇੰਟ ਉੱਠਦਾ ਕਿ ਬਰੈਕ ਓਬਾਮਾ ਵੀ ਕਮਲਾ ਹੈਰਿਸ ਨੂੰ ਸਪੋਰਟ ਕਰ ਰਹੇ ਨੇ, ਬਿਲ ਕਲਿੰਟਨ ਵੀ ਆ ਗਏ ਨੇ, ਉਹ ਵੀ ਸਪੋਰਟ ਕਰ ਰਹੇ ਨੇ। ਸੋ ਹੁਣ ਦੇਖੋ ਉਹਨਾਂ ਦੀ ਸਪੋਰਟ ਕਿੱਥੇ ਤੱਕ ਆਉਂਦੀ ਆ। ਔਰ ਕਮਲਾ ਹੈਰਿਸ ਨੇ ਸੇਮ ਟੀਮ ਆਪਣੀ PR ਟੀਮ ਦੇ ਵਿੱਚ ਰੱਖੀ ਹੋਈ ਹੈ ਪ੍ਰਮੋਸ਼ਨਸ ਵਾਸਤੇ, ਜਿਸ ਟੀਮ ਨੇ ਬਰੈਕ ਓਬਾਮਾ ਦੀਆਂ ਇਲੈਕਸ਼ਨਸ ਨੂੰ ਹੈਂਡਲ ਕੀਤਾ ਸੀ ਔਰ ਉਹਨਾਂ ਨੂੰ ਜਿਤਾਇਆ ਸੀ, ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾਇਆ ਸੀ। ਸੇਮ ਟੀਮ ਹੁਣ ਕੰਮ ਕਰਦੀ ਪਈ ਹੈ ਕਮਲਾ ਹੈਰਿਸ ਵਾਸਤੇ। ਹੁਣ ਦੱਸੋ ਇਸ ਵਾਰ ਜਾਦੂ ਕਰੇਗੀ ਕਿ ਨਹੀਂ ਕਰੇਗੀ? ਇਹ ਹੁਣ ਤੁਸੀਂ ਆਪਸ ਵਿੱਚ ਗੱਲਬਾਤ ਕਰੋ, ਚਾਹ ਪੀਂਦੇ ਹੋਏ, ਕੌਫੀ ਪੀਂਦੇ ਹੋਏ। ਬਾਕੀ ਤੇ ਫਿਰ ਨਵੰਬਰ 5 ਨੂੰ ਨਤੀਜਾ ਆ ਹੀ ਜਾਣਾ। ਨਾਓ ਹੁਣ ਇਹ ਟੀਮਸ ਕੀ ਕਰਦੀਆਂ ਨੇ ਇਹਦੇ ਬਾਰੇ ਵੀ ਗੱਲਬਾਤ ਬਣਦੀ ਆ। ਔਰ ਟਰੰਪ ਰੇਸਿਸਟ ਨੇ ਜਾਂ ਨਹੀਂ ਹੈਗੇ, ਵੂਮਨ ਔਰ ਮੈਨ ਦੇ ਵਿੱਚ ਮੈਨ ਨੂੰ ਅਪ ਸਮਝਦੇ ਨੇ ਕਿ ਨਹੀਂ ਸਮਝਦੇ, ਇਹ ਸਾਰੀਆਂ ਗੱਲਾਂ ਅਮਰੀਕਨਸ ਨੇ ਸੋਚਣੀਆਂ ਨੇ। ਔਰ ਉਹਨਾਂ ਦੇ ਬਾਕੀ ਦੁਨੀਆ ਦੇ ਡਿਕਟੇਟਰਸ ਨਾਲ ਕਿੱਦਾਂ ਦੇ ਰਿਲੇਸ਼ਨਸ ਨੇ ਇਹ ਵੀ ਅਮਰੀਕਨਸ ਨੇ ਸੋਚਣਾ ਹੈ, ਕਿਉਂਕਿ ਜੇ ਡਿਕਟੇਟਰਸ ਦੇ ਨਾਲ ਉਹਨਾਂ ਦੇ ਰਿਲੇਸ਼ਨ ਨੇ ਤਾਂ ਇਹਦਾ ਮਤਲਬ ਉਹਨਾਂ ਦੀ ਸੋਚ ਵਿੱਚ ਵੀ ਕਿਤੇ ਨਾ ਕਿਤੇ ਡਿਕਟੇਟਰ ਬਣਨ ਦੀ ਗੱਲ ਹੁੰਦੀ ਆ, ਕਿਉਂਕਿ ਜਿੱਦਾਂ ਦਾ ਬੰਦਾ ਹੁੰਦਾ ਨਾ ਉੱਦਾਂ ਦੇ ਉਹਦੇ ਦੋਸਤ ਹੁੰਦੇ ਨੇ। ਸੋ ਇਹਦਾ ਮਤਲਬ ਜੇ ਉਹਨਾਂ ਦੇ ਦੋਸਤ ਦੁਨੀਆ ਦੇ ਡਿਕਟੇਟਰਸ ਨੇ ਤਾਂ ਕਿਤੇ ਨਾ ਕਿਤੇ ਡੋਨਲਡ ਟਰੰਪ ਦੇ ਮਨ ਦੇ ਵਿੱਚ ਵੀ ਡਿਕਟੇਟਰ ਬਣਨ ਦੀ ਸੋਚ ਹੈਗੀ, ਕਿਉਂਕਿ ਉਹਨਾਂ ਨੇ ਸਟੇਟਮੈਂਟ ਵੀ ਕੀਤੀ ਆ, ਫਿਰ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ। ਔਰ ਪ੍ਰੋਜੈਕਟ 2025 ਦਾ ਜ਼ਿਕਰ ਅਕਸਰ ਹੁੰਦਾ ਕਿ ਕਿਤੇ ਅਮਰੀਕਾ ਨੂੰ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਲਿਆਉਣ ਦੀ ਕਿਤੇ ਇਹ ਕੋਸ਼ਿਸ਼ ਤਾਂ ਨਹੀਂ ਹੋ ਰਹੀ। ਹੁਣ ਇਹ ਪ੍ਰੋਜੈਕਟ 2025 ਕੀ ਹੈ ਇਹ ਵੀ ਅਮਰੀਕਨਸ ਨੂੰ ਡਿਟੇਲਸ ਦੇ ਵਿੱਚ ਜਾਣਨ ਦੀ ਲੋੜ ਹੈ ਕਿ ਅਮਰੀਕਾ ਨੂੰ ਇੱਕ ਮਿਲਟਰੀ ਸਟੇਟ ਬਣਾਉਣਾ, ਕਿਉਂਕਿ ਡੋਨਲਡ ਟਰੰਪ ਕਹਿ ਰਹੇ ਨੇ ਕਿ ਜੋ ਵੀ ਐਨਮੀ ਨੇ ਵਿਦ ਇਨ ਦਾ ਸਟੇਟ ਉਹਨਾਂ ਦੇ ਖਿਲਾਫ ਮੈਂ ਮਿਲਟਰੀ ਫੋਰਸ ਇਸਤੇਮਾਲ ਕਰੂੰਗਾ। ਹੁਣ ਇਹ ਐਨਮੀ ਕੌਣ ਨੇ ਇਹ ਵੀ ਅਮਰੀਕਨਸ ਨੂੰ ਸੋਚਣ ਦੀ ਲੋੜ ਹੈ। ਦੇਖਿਆ ਨਾ ਸਰਕਲ ਕੰਪਲੀਟ ਹੋ ਗਿਆ। ਇਹ ਸਰਕਲ ਇਦਾਂ ਹੀ ਕੰਪਲੀਟ ਹੋਏਗਾ ਕਿ ਕੁੱਲ ਮਿਲਾ ਕੇ ਜਨਵਰੀ ਦੇ ਵਿੱਚ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਣਾ ਹੈ 2025 ਦਾ, ਉਸ ਤੋਂ 2 ਮਹੀਨੇ ਪਹਿਲਾਂ ਨਵੰਬਰ 5 ਇੱਕ ਡਿਸਾਈਸਿਵ ਡੇਟ ਆ। ਔਰ ਡੋਨਲਡ ਟਰੰਪ ਇਹ ਵੀ ਕਹਿ ਚੁੱਕੇ ਨੇ ਕਿ ਉਸ ਦਿਨ ਇੱਕ ਨਵਾਂ ਇੰਡੀਪੈਂਡੈਂਸ ਡੇ ਹੋਏਗਾ ਅਮਰੀਕਾ ਦਾ। 4 ਜੁਲਾਈ ਤੋਂ ਜੋ ਇੰਡੀਪੈਂਡੈਂਸ ਡੇ ਆਲਰੇਡੀ ਹੈ ਅਮਰੀਕਾ ਦਾ, ਉੱਥੋਂ ਨਵੰਬਰ 5 ਤੱਕ ਆਉਂਦੇ ਨੇ ਡੋਨਲਡ ਟਰੰਪ। ਸੋ ਜਨਵਰੀ 5 ਦੇ ਵਿੱਚ ਫਿਰ ਜੀਓਪੋਲੀਟੀਕਲ ਮਤਲਬ ਪੂਰੀ ਦੁਨੀਆ ਦੀ ਪੋਲਿਟਿਕਸ ਦੀ ਪਾਵਰ ਸ਼ਿਫਟ ਕੀ ਹੋਣੀ ਹੈ ਉਹ ਕਲੀਅਰ ਹੋ ਜਾਂਦਾ। ਉਹ ਸਾਰੇ ਦਾ ਸਾਰਾ ਧਿਆਨ ਲੱਗਾ ਹੋਇਆ ਨਵੰਬਰ 5 ਦੇ ਉੱਤੇ। ਔਰ ਇਹ ਅਮਰੀਕਾ ਵਾਸਤੇ ਵੀ ਇੰਪੋਰਟੈਂਟ ਆ ਔਰ ਪੂਰੀ ਦੁਨੀਆ ਵਾਸਤੇ ਵੀ ਇੰਪੋਰਟੈਂਟ ਆ। ਨਾਓ ਏਜ ਦੀ ਗੱਲ ਵੀ ਹੋ ਗਈ, ਕਿਉਂਕਿ ਜੇ ਜੋ ਬਾਈਡਨ ਦੀ ਏਜ ਦੀ ਗੱਲ ਕਰਨੀ ਆ ਤਾਂ ਫਿਰ ਡੋਨਲਡ ਟਰੰਪ ਦੀ ਏਜ ਦੀ ਗੱਲ ਹੋਣੀ ਚਾਹੀਦੀ ਹੈ। ਜੇ ਕਮਲਾ ਹੈਰਿਸ ਦੀ ਮੈਡੀਕਲ ਰਿਪੋਰਟ ਦੇ ਮੁਤਾਬਿਕ ਉਹਨਾਂ ਦੀ ਫਿਟਨੈਸ ਦੀ ਗੱਲ ਕਰਨੀ ਹੈ ਤਾਂ ਡੋਨਲਡ ਟਰੰਪ ਦੀ ਵੀ ਫਿਟਨੈਸ ਰਿਪੋਰਟ ਸਾਹਮਣੇ ਆਉਣੀ ਚਾਹੀਦੀ ਹੈ, ਮੈਡੀਕਲ ਰਿਪੋਰਟ ਸਾਹਮਣੇ ਆਉਣੀ ਚਾਹੀਦੀ ਹੈ। ਜੇ ਜੋ ਬਾਈਡਨ ਨੂੰ ਸਿਹਤ ਕਰਕੇ ਤੁਸੀਂ ਰੇਸ ਤੋਂ ਬਾਹਰ ਕਰਦੇ ਹੋ ਤਾਂ ਫਿਰ ਇਹ ਦੋਵੇਂ ਸਵਾਲ ਕਮਲਾ ਹੈਰਿਸ ਤੇ ਵੀ ਲਾਗੂ ਹੁੰਦੇ ਨੇ, ਡੋਨਲਡ ਟਰੰਪ ਤੇ ਵੀ ਲਾਗੂ ਹੁੰਦੇ ਨੇ। ਨਾਓ ਇਹ ਸਾਰੀਆਂ ਸਿਚੁਏਸ਼ਨਸ ਗੋਲਮੋਲ ਸਿਚੁਏਸ਼ਨਸ ਨੇ। ਹੁਣ ਇਹਨਾਂ ਗੋਲਮੋਲ ਸਿਚੁਏਸ਼ਨਸ 'ਚੋਂ ਨਿਕਲਣਾ ਕੀ ਆ ਇਹ ਨਵੰਬਰ 5 ਨੂੰ ਪਤਾ ਲੱਗੇਗਾ। ਔਰ ਮੈਂ ਵੀ ਉਸੇ ਸਵਾਲ ਤੇ ਪਹੁੰਚ ਗਿਆ ਵੀ ਤੁਹਾਨੂੰ ਕੀ ਲੱਗਦਾ ਕੌਣ ਬਣੂਗਾ ਕੌਣ ਨਹੀਂ ਬਣੂਗਾ? ਤੁਹਾਨੂੰ ਕੀ ਲੱਗਦਾ ਨਵੰਬਰ 5 ਨੂੰ ਕੀ ਹੋਊਗਾ ਕੀ ਨਹੀਂ ਹੋਊਗਾ? ਵਾਟਸ ਗੋਇੰਗ ਟੂ ਹੈਪਨ ਇਨ ਇਲੈਕਸ਼ਨ 2024? ਇਟਸ ਅ ਬਿਗ ਕੁਐਸਚਨ ਔਰ ਇਸੇ ਦੇ ਜਵਾਬ ਸਾਰੇ ਜਾਣੇ ਤਲਾਸ਼ਦੇ ਪਏ ਨੇ ਇਸ ਵਕਤ ਅਮਰੀਕਾ ਦੀ ਧਰਤੀ ਦੇ ਉੱਤੇ। ਨਾਓ ਇੱਕ ਹੋਰ ਅਮਰੀਕਾ ਦੀ ਬਾਈਡਨ ਐਡਮਿਨਿਸਟ੍ਰੇਸ਼ਨਸ ਨੇ ਇੱਕ ਹੋਰ
रूल दिता है, एक होर लैटर दिता है। बाइडन एडमिनिस्ट्रेशन ने लिखा है गाजा दी एडमिनिस्ट्रेशन और इजराइल दी एडमिनिस्ट्रेशन ਨੂੰ एक डायर सिचुएशन ਆ, ਉੱਤੇ खतरनाक सिचुएशन पैदा हो चुकी है। और हालांकि इजराइल ने किया यूनाइटेड स्टेट्स ऑफ अमेरिका ਨੂੰ कि मैं नहीं इस्तेमाल करांगा न्यूक्लियर वैपन्स ਦਾ और ऑयल्स ਦੇ ਜਿਹੜੇ ਸਾਰੇ ਸੈਕਟਰਸ ਨੇ ਉਹਨਾਂ ਦੇ ਉੱਤੇ ਮੈਂ ਅਟੈਕ ਨਹੀਂ ਕਰਾਂਗਾ। ईरान ਦੀ ਗੱਲ ਹੋ ਰਹੀ ਹੈ, ईरान ਦੇ ਉੱਤੇ ਮੈਂ न्यूक्लियर ਰਿਐਕਟਰਸ, न्यूक्लियर ਸੈਕਟਰ, ऑयल ਸੈਕਟਰ ਇੱਥੇ ਕੋਈ ਅਟੈਕ ਨਹੀਂ ਕਰਾਂਗਾ। यूनाइटेड स्टेट्स ऑफ अमेरिका ਨੂੰ ਉਹਨੇ ਐਸ਼ੋਰ ਕੀਤਾ। ਔਰ ਉਸ ਦੇ ਬਾਵਜੂਦ ਵੀ ਜਦੋਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਇਹ ਗੱਲ ਕਹੀ ਕਿ ਜਿਹੜੇ ਫਿਲਿਸਤੀਨੀ ਉੱਥੇ ਫਸੇ ਹੋਏ ਨੇ ਉੱਥੋਂ ਤੱਕ ਉਹਨਾਂ ਫਿਲਿਸਤੀਨੀਆਂ ਤੱਕ ਖਾਣਾ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਇਜ਼ਰਾਈਲ ਦੀ ਆਰਮੀ ਵੱਲੋਂ, ਔਰ ਨੇਤਨਯਾਹੂ ਉਹਨਾਂ ਨੂੰ ਉੱਥੇ ਭੁੱਖੇ ਮਾਰਨਾ ਚਾਹੁੰਦੇ ਨੇ, ਤਾਂ ਇਹ ਗੱਲ ਜਦੋਂ ਐਕਟੀਵੇਟ ਹੋਈ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇਜ਼ਰਾਈਲ ਨੂੰ ਇੱਕ ਲੈਟਰ ਇਸ਼ੂ ਕੀਤਾ ਹੈ। और करना पैना है क्योंकि इजराइल ਨੂੰ सपोर्ट कर रहा है यूनाइटेड नेशंस ऑफ अमेरिका और दुनिया की फर्स्ट पावर है, सो आंसरेबल होना पैना। इजराइल गवर्नमेंट ਨੂੰ लिखते ने बाइडन प्रशासन वालों ये 30 दिनों के अंदर ਹਿਊਮੈਨਿਟੇਰੀਅਨ सिचुएशन के मुताबिक इंसानियत के नाते ਜਿਹੜੇ ਫਿਲਿਸਤੀਨੀ ਉੱਥੇ ਨੇ, ਜਿਹੜੇ ਭੁੱਖੇ ਨੇ, ਜਿਨ੍ਹਾਂ ਦੇ ਅੰਦਰ ਭੁੱਖਮਰੀ ਨਾ ਫੈਲ ਜਾਏ, ਉੱਥੇ ਪੂਰਾ ਖਾਣਾ ਪਹੁੰਚਣਾ ਚਾਹੀਦਾ ਔਰ ਇਹਦੀ ਰਿਪੋਰਟ ਮੈਨੂੰ ਮਿਲਣੀ ਚਾਹੀਦੀ ਹੈ। नहीं तो फिर नतीजा भुगतण वास्ते तुसी तैयार रहो। तुसी अमेरिका दे जिहड़े इंटरनैशनल वॉर दे लॉज ने उहदे खिलाफ जा रहे हो, क्योंकि असी सिविलियंस नूं वॉर्स दे विच भुक्खा मारन दे हक विच नहीं हाँ। आम लोगों ने की गवाया, उन्हां नूं भुक्खे क्यों मारना? ना उन्हां कोल रोटी, ना उन्हां कोल पानी, ना बिजली, ना बेसिक सहूलतां, ना डॉक्टरी सहायता, ना स्कूल, ना हस्पताल, कुछ भी नहीं। हुण रोटी भी नहीं देनी, ਬੰਬਾਂ ਨਾਲ ਜਿੰਨਾ ਮਾਰਨਾ ਸੀ ਮਾਰ ਲਿਆ, ਹੁਣ ਰੋਟੀ ਨਾਲ ਭੁੱਖਾ ਮਾਰੋਗੇ। ਇਸ ਕਰਕੇ 30 ਦਿਨਾਂ ਦੇ ਅੰਦਰ ਇਹ ਪੂਰੀ ਰਿਪੋਰਟ ਮਿਲਣੀ ਚਾਹੀਦੀ ਹੈ, ਅਦਰਵਾਈਜ਼ ਤਿਆਰ ਹੋ ਜਾਓ ਰਿਜ਼ਲਟ ਭੁਗਤਣ ਵਾਸਤੇ। ਇਹ ਬਿਲਕੁਲ ਇੱਕ ਡਿਪਲੋਮੈਟਿਕ ਵੇ ਆ ਗੱਲ ਕਰਨ ਦੀ। ਹੁਣ ਇਹ ਰਿਜ਼ਲਟ ਕੀ ਹੋਣਗੇ 30 ਦਿਨਾਂ ਦੇ ਅੰਦਰ, ਕੀ ਹੋਏਗਾ, ਜਾਂ ਅੰਦਰ ਖਾਤੇ ਕੀ ਗੱਲ ਚੱਲਦੀ ਪਈ ਹੈ, ਯੂਨਾਈਟਿਡ ਸਟੇਟਸ ਕੀ ਕਹਿ ਰਿਹਾ ਹੈ ਇਜ਼ਰਾਈਲ ਨੂੰ ਕੀ ਕਰਨ ਵਾਸਤੇ, ਸੋ ਇਹ ਅੰਦਰ ਦੀਆਂ ਗੱਲਾਂ ਨੇ। ਕਿਉਂਕਿ ਇਹ ਰਿਲੇਸ਼ਨਸ ਵੀ ਖਟਾਈ 'ਚ ਪਏ ਨਾ, क्योंकि नेतनयाहू जो बाइडन की गल नहीं सुनते, हुण किते जाके काफ़ी समय बाद फिर तो गलबात हुई है। नाउ हुण ये यूनाइटेड नेशनस ऑर्गेनाइजेशन वालों ये प्रैशराइज करन तो इंटरनैशनल पॉलिटिक्स दे विच एक बार बार गल होण तो बाद जो गाजा दे विच डायरेक्ट सिचुएशनस बणियां होईयां ने, उहदे वास्ते 30 दिनां दा समा दिता है यूनाइटेड स्टेट्स ऑफ अमेरिका ने इजराइल नूं, नेतनयाहू नूं। और नाल यूनाइटेड नेशनस ये भी बार बार वार्न करता पिया है, वार बार अलार्मिंग सिचुएशन दिंदा पिया है, आगाह करता पिया कि ਜਿਹੜੇ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਸ਼ਿਫਟ ਹੁੰਦੇ ਪਏ ਨੇ ਘਰ-ਬਾਰ ਛੱਡ ਕੇ ਕਿਤੇ ਸੇਫਟੀ ਦੀ ਤਲਾਸ਼ ਦੇ ਵਿੱਚ, ਉਹਨਾਂ ਦੀ ਸੇਫਟੀ ਨੂੰ ਵੀ ਸ਼ੋਰ ਕਰੋ। ਉਹਨਾਂ ਨੂੰ ਜੋ ਜੋ ਚਾਹੀਦਾ ਹੈ ਉਹਨਾਂ ਨੂੰ ਪਹੁੰਚਾਇਆ ਜਾਵੇ, ਕਿਉਂਕਿ ਇਹ ਫੈਮਲੀਜ਼ ਸਫਰ ਕਰਦੀਆਂ ਪਈਆਂ ਨੇ ਔਰ ਬਹੁਤ ਵੱਡੇ ਪੈਮਾਨੇ ਤੇ ਨੇ, ਲੱਖਾਂ ਦੇ ਵਿੱਚ। ਔਰ ਇਹਨਾਂ ਫੈਮਲੀਜ਼ ਦੇ ਵਿੱਚ ਉਹ ਚਿਲਡਰਨ ਵੀ ਨੇ, ਬੱਚੇ ਵੀ ਨੇ जो अपने माँ बाप गवा चुके ने, जो अपने शरीर के अंग गवा चुके ने, या जो दोनों ही गवा चुके ने, माँ बाप भी गवा चुके ने और शरीर के अंग भी गवा चुके ने। और उत्थे एक शहर वसा दिता है, ऑर्फन सिटी, अनाथां दा शहर सी। एक ग्लोबल ऑर्डर है जो चलता पिया और न्यू वर्ल्ड ऑर्डर दे वाल असीं वधना चाहुंदे हां। इस तरह की धरती के उत्ते लाशां दे उत्ते असीं नवां दुनिया का स्ट्रक्चर खड़ा करना चाहुंदे हां। यूनाइटेड नेशनस ऑर्गेनाइजेशन इस गल की गल करदा, जिहड़े मारे गए उन्हां दीयां लाशां, जिहड़े बच गए उन्हां दे तक पूरी इमदाद, पूरी सहायता, तमाम गल्लां हो रही ने। मतलब इंसानियत छिक्के टंगी हुई है, कुछ भी कोई भी कर रहा है। आम लोगों का मतलब जीना मरना हो चुका है। वो कहते हैं ना कि ऐसा जीना भी कोई जीना है जिस, ऐसा मरना भी कोई मरना जिसका जीवन मरण तो भी बदतर हो जाए। ऐसा जीना जीना नहीं है, जे मर भी गए तो जिउंदे जी मरे हुए ने। मतलब आ सिचुएशनस। सो इंसान होने के नाते साडे इमोशनस, साडा दुख बाहर आउंदा और असीं उहनूं एक्सप्रैस करते हाँ, पर असीं कर कुछ नहीं सकते, साडे हत्थां 'च कुछ नहीं। जिन्हां दे हत्थ वस हैगा वो जरूर कर,
ਉਹਨਾਂ ਨੂੰ ਕਹਿ ਸਕਦੇ ਹਾਂ ਅਸੀਂ ਆਪਣੇ ਆਪਣੇ ਪਲੇਟਫਾਰਮਸ ਤੋਂ, ਜਿੱਥੇ ਵੀ ਅਸੀਂ ਬੈਠੇ ਹਾਂ, ਆਪਣਾ 1% ਹੀ ਸਹੀ ਕੰਟਰੀਬਿਊਟ ਕਰ ਸਕਦੇ ਹਾਂ, ਪ੍ਰੈਸ਼ਰਾਈਜ਼ ਕਰ ਸਕਦੇ ਹਾਂ, ਬਿਕੋਜ਼ ਅਸੀਂ ਇਸ ਦੁਨੀਆ ਦੇ ਬਾਸ਼ਿੰਦੇ ਹਾਂ, ਸਿਟੀਜ਼ਨਸ ਆਫ ਦ ਵਰਲਡ, ਔਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਹਾਂ, ਔਰ ਸਾਨੂੰ ਨਿਭਾਉਣੀ ਚਾਹੀਦੀ ਵੀ ਹੈ। ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਵਰਲਡ ਗਵਰਨਮੈਂਟਸ ਨੂੰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਵਾਰਸ ਦੇ ਮੁੱਦਿਆਂ ਦੇ ਉੱਤੇ, ਵਾਰ ਫ੍ਰੀ ਵਰਲਡ, ਕ੍ਰਾਈਮ ਫ੍ਰੀ ਵਰਲਡ, ਕਲਾਈਮੇਟ ਚੇਂਜ ਦੇ ਉੱਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਕਲਾਈਮੇਟ ਚੇਂਜ ਦੀ ਸਿਚੁਏਸ਼ਨ ਅਸੀਂ ਦੇਖਦੇ ਹਾਂ ਬਹੁਤ ਬੁਰੀ ਹੋ ਚੁੱਕੀ ਹੈ, ਔਰ ਯੂਨਾਈਟਿਡ ਨੇਸ਼ਨਸ ਦੀਆਂ ਇਹ ਆંકੜੇ ਨੇ, ਸਟੈਟਿਸਟਿਕਸ ਨੇ ਕਿ 2 ਬਿਲੀਅਨ ਔਰਤਾਂ ਇਸ ਵਕਤ, ਉਹਨਾਂ ਕੋਲ ਕੋਈ ਸੋਸ਼ਲ ਪ੍ਰੋਟੈਕਸ਼ਨ ਨਹੀਂ। ਸਾਊਥ ਅਫਰੀਕਾ ਦੀ ਜੇ ਆਪਾਂ ਗੱਲ ਕਰੀਏ ਜਾਂ ਪੂਰੀ ਦੁਨੀਆ ਦੀ ਵੀ ਗੱਲ ਕਰੀਏ, ਉਹਨਾਂ ਕੋਲ ਬੱਚੇ ਨੂੰ ਜਨਮ ਦੇਣ ਵਾਸਤੇ ਕਈ ਵਾਰ ਹਸਪਤਾਲ ਵੀ ਨਹੀਂ ਹੁੰਦਾ, ਔਰ ਅਜੀਬ ਜਿਹੀਆਂ ਕੰਡੀਸ਼ਨਸ ਦੇ ਵਿੱਚ ਉਹ ਬੱਚੇ ਨੂੰ ਜਨਮ ਦੇ ਦਿੰਦੀਆਂ ਨੇ, ਔਰ ਉੱਥੇ ਜੋ ਲੇਡੀਜ਼ ਨੇ ਉਹਨਾਂ ਦੀ ਮਦਦ ਦੇ ਨਾਲ, ਔਰ ਕਈ ਵਾਰ ਡੈਥਸ ਵੀ ਹੁੰਦੀਆਂ ਨੇ, ਬੱਚੇ ਦੀ ਵੀ ਕਈ ਵਾਰ ਉਹਦੀ ਤੇ ਕਈ ਵਾਰ ਦੋਵਾਂ ਦੀ। ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਨੇ। ਔਰ ਸਾਊਥ ਅਫਰੀਕਾ ਦੀ ਆਪਾਂ ਗੱਲ ਜੇ ਕਰੀਏ, ਨੈਚੁਰਲ ਕਲਾਈਮੇਟਸ ਦੀ ਗੱਲ ਜੇ ਕਰੀਏ, ਸੁਡਾਨ ਦੀ ਵੀ ਗੱਲ ਕਰੀਏ ਜਿੱਥੇ ਸਿਵਲ ਵਾਰ ਚੱਲਦੀ ਪਈ ਆ, ਤਾਂ ਮਿਲੀਅਨਸ ਇੱਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਪਈ, ਬੱਚੇ ਨੇ ਭੁੱਖੇ, ਇੱਕ ਟਾਈਮ ਦਾ ਭੋਜਨ ਮਿਲਦਾ, ਬਾਕੀ ਮਿਲਦਾ ਹੀ ਨਹੀਂ। ਔਰ ਕਿੱਦਾਂ ਦਾ ਮਿਲਦਾ ਹੋਏਗਾ? ਪੂਰੇ ਤਾਕਤ ਦੇ ਤੱਤ ਜਿੱਦਾਂ ਦਾ ਭੋਜਨ ਹੁੰਦਾ ਬੰਦਿਆਂ ਦੇ ਖਾਣ ਵਾਲਾ, ਉਹ ਮਿਲਦਾ ਕਿ ਨਹੀਂ ਮਿਲਦਾ? ਇਹ ਵੀ ਬਹੁਤ ਵੱਡੀ ਸਿਚੁਏਸ਼ਨ ਹੈ। ਕਲਾਈਮੇਟ ਚੇਂਜ, ਇਹ ਸਭ ਗੱਲਾਂ ਦੇਖਣ ਨੂੰ ਮਿਲਦੀਆਂ ਨੇ। ਸੋ ਔਰ ਇੱਧਰ ਅਸੀਂ ਵਾਰ ਲੜਦੇ ਪਏ ਹਾਂ, ਔਰ ਵਲਾਦੀਮੀਰ ਪੁਤਿਨ ਯੂਕਰੇਨ ਦੇ ਉੱਤੇ ਹਮਲਾ ਕਰਦੇ ਪਏ ਨੇ ਕਿ ਜਿੱਥੇ ਜਿੱਥੇ ਅਨਾਜ ਦੇ ਭੰਡਾਰ ਨੇ ਯੂਕਰੇਨ ਦੇ, ਉਹਨਾਂ ਉੱਤੇ ਬੰਬ ਮਾਰੋ, ਉਹਨਾਂ ਨੂੰ ਤਬਾਹ ਕਰ ਦਿਓ, ਉਹਨਾਂ ਪੋਰਟਸ ਦੇ ਉੱਤੇ ਖੜੇ ਹੋਏ ਜਹਾਜ਼ਾਂ ਨੂੰ ਤਬਾਹ ਕਰ ਦਿਓ, ਜਿਹੜੇ ਸਮੁੰਦਰੀ ਜਹਾਜ਼ ਅਨਾਜ ਦੇ ਨਾਲ ਭਰੇ ਹੋਏ ਦੂਸਰੇ ਦੇਸ਼ਾਂ ਨੂੰ ਅਨਾਜ ਲੈ ਕੇ ਜਾ ਰਹੇ ਨੇ, ਕਿਉਂਕਿ ਯੂਕਰੇਨ ਐਕਸਪੋਰਟ ਕਰਕੇ ਅਨਾਜ ਨੂੰ ਪੈਸਾ ਕਮਾਉਣਾ ਚਾਹੁੰਦਾ, ਔਰ ਉਸ ਪੈਸੇ ਨੂੰ ਇਕਨੋਮੀ ਵਿੱਚ ਲਗਾਏਗਾ, ਉਸ ਪੈਸੇ ਨੂੰ ਲੜਾਈ ਵਿੱਚ ਲਗਾਏਗਾ। ਅਸੀਂ ਤਾਂ ਯੂਕਰੇਨ ਨੂੰ ਤਬਾਹ ਕਰਨਾ, ਇਸ ਕਰਕੇ ਅਨਾਜ ਹੀ ਤਬਾਹ ਕਰ ਦਿਓ। ਇਹ ਵਲਾਦੀਮੀਰ ਪੁਤਿਨ ਦੀ ਸੋਚ ਹੈ। ਭੁੱਖਮਰੀ ਪਹਿਲਾਂ ਹੀ ਫੈਲੀ ਹੋਈ, ਅਨਾਜ ਪਹਿਲਾਂ ਹੀ ਨਹੀਂ। ਯੂਨਾਈਟਿਡ ਨੇਸ਼ਨਸ ਨੇ ਹੱਥ ਖੜੇ ਕਰ ਦਿੱਤੇ ਨੇ ਕਿ ਹਰ ਥਾਂ ਦੇ ਉੱਤੇ ਅਸੀਂ ਕਿੱਥੋਂ ਪਹੁੰਚਾਈਏ, ਸਾਡੇ ਕੋਲ ਫੰਡ ਨਹੀਂ। ਔਰ ਜਿੱਥੇ ਜਿੱਥੇ ਸਾਡੇ ਲੋਕ ਜਾਂਦੇ ਨੇ, ਪੀਸ ਕੀਪਰਸ, ਉਹਨਾਂ ਦੇ ਉੱਤੇ ਵੀ ਗੋਲੀਬਾਰੀ ਹੋ ਜਾਂਦੀ, ਉਹ ਵੀ ਮਾਰੇ ਜਾਂਦੇ ਪਏ ਨੇ। ਇਹਦੇ ਖਿਲਾਫ ਵੀ ਤੁਸੀਂ ਕੋਈ ਨਾ ਕੋਈ ਲਾਅ ਬਣਾਓ, ਜਾਂ ਇਹਨਾਂ ਨੂੰ ਪ੍ਰੋਟੈਕਟ ਕਰੋ। ਕਿੱਦਾਂ ਕਰੋਗੇ? ਲਾਅ ਬਣਾ ਕੇ ਕੀ ਕਰੋਗੇ? ਕਿਤਾਬ ਇੱਕ ਹੋਰ ਲਿਖ ਦਿਓਗੇ? ਪ੍ਰੈਕਟੀਕਲੀ ਤੇ ਗੋਲੀਆਂ ਚੱਲਦੀਆਂ ਪਈਆਂ ਨੇ, ਉਹਨੂੰ ਕਿਹੜੀ ਕਿਤਾਬ ਰੋਕੇਗੀ? ਉਹਨੂੰ ਤੇ ਇਨਸਾਨਾਂ ਨੇ ਹੀ ਰੋਕਣਾ, ਉਹਨੂੰ ਤੇ ਬੰਦੂਕਾਂ ਦਾ ਜਵਾਬ ਕੌਣ ਦੇਏਗਾ? ਬੰਦੂਕ ਦਾ ਜਵਾਬ ਬੰਦੂਕ ਦੇਣ ਲੱਗ ਪਈ ਤੇ ਫਿਰ ਤਾਂ ਫਿਰ ਲੋਕ ਮਰਨਗੇ। ਫਿਰ ਇੱਥੇ ਪੁਆਇੰਟ ਉੱਠਦਾ ਸੀਜ਼ ਫਾਇਰ, ਔਰ ਸੀਜ਼ ਫਾਇਰ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਸੋ ਵਲਾਦੀਮੀਰ ਪੁਤਿਨ ਅਨਾਜ ਖਰਾਬ ਕਰਨਗੇ ਯੂਕਰੇਨ ਦਾ, ਤੇ ਜਿਹੜੇ ਮੁਲਕਾਂ ਨੂੰ ਅਨਾਜ ਜਾਣਾ ਹੈ, ਐਕਸਪੋਰਟ ਹੋਣਾ ਹੈ, ਉਹਨਾਂ ਕੋਲ ਅਨਾਜ ਨਹੀਂ ਪਹੁੰਚੇਗਾ। ਫਿਰ ਭੁੱਖਮਰੀ ਦੀ ਸਿਚੁਏਸ਼ਨ, ਔਰ ਪੂਰੀ ਦੁਨੀਆ ਦੇ ਵਿੱਚ ਅਨਾਜ ਦੀ ਕੀਮਤ ਕਿੱਥੇ ਚਲੀ ਜਾਏਗੀ? ਵਲਾਦੀਮੀਰ ਪੁਤਿਨ ਇਹ ਕਿਉਂ ਨਹੀਂ ਸੋਚਦੇ? ਮਤਲਬ ਪਾਵਰ ਵਿੱਚ ਬੈਠੇ ਹੋਏ ਲੋਕਾਂ ਨੂੰ ਸਿਰਫ ਆਪਣੀ ਈਗੋ ਕਿਉਂ ਦਿਖਦੀ ਆ? ਆਮ ਲੋਕਾਂ ਦੀ ਜ਼ਿੰਦਗੀ ਕਿਉਂ ਨਹੀਂ ਦਿਖਦੀ? ਦੈਟ ਇਜ਼ ਦ ਬਿਗ ਪੁਆਇੰਟ। ਔਰ ਯੂਨਾਈਟਿਡ ਨੇਸ਼ਨਸ ਇਸ ਦੇ ਉੱਤੇ ਵੀ ਬਾਰ-ਬਾਰ ਗੱਲ ਕਰਦਾ। ਨਾਓ ਇੱਕ ਹੋਰ ਮੁੱਦਾ ਜਿਸ ਨੂੰ ਆਪਾਂ ਟੱਚ ਕਰਾਂਗੇ, ਅਮਰੀਕਾ ਇਸ ਵਕਤ ਇਹ ਗੱਲ ਕਹਿ ਰਿਹਾ ਕਿ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ, ਔਰ ਇੱਕ ਸੀਰੀਅਸ ਮੁੱਦਾ ਹੈ ਇਹਦੇ ਵਿੱਚ, ਇੰਡੀਆ ਨੂੰ ਆਪਣੇ ਜਵਾਬ ਸੀਰੀਅਸਲੀ ਦੇਣੇ ਚਾਹੀਦੇ ਨੇ, ਕਿਉਂਕਿ ਕੈਨੇਡਾ ਦੀ ਇੰਟੈਲੀਜੈਂਸ ਸਰਵਿਸ ਇੰਡੀਆ ਦੇ ਸਪਾਈਜ਼ ਜਾਂ ਕਹਿ ਲਓ, ਜਾਂ ਇੰਡੀਆ ਦੇ ਲੋਕਾਂ ਦੀ ਜੋ ਉਸ ਲੈਵਲ ਤੇ ਕੰਮ ਕਰਦੇ ਨੇ, ਉਹਨਾਂ ਦੀ ਇਨਵੋਲਵਮੈਂਟ ਦੀ ਗੱਲ ਕਰਦੀ ਪਈ ਹੈ, ਪੋਲੀਟੀਕਲ ਲੀਡਰਸ ਦੀ ਇਨਵੋਲਵਮੈਂਟ ਦੀ ਗੱਲ ਕਰਦੀ ਪਈ ਹੈ, ਜੋ ਕੈਨੇਡਾ ਦੀ ਧਰਤੀ ਦੇ ਉੱਤੇ ਕਤਲ ਹੋਏ ਨੇ। ਹਰਦੀਪ ਸਿੰਘ ਨਿੱਜਰ ਦੀ ਗੱਲ ਖਾਸ ਕਰਕੇ ਹੁੰਦੀ ਪਈ ਆ, ਔਰ ਇਸ ਨੂੰ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਯੂਨਾਈਟਿਡ ਸਟੇਟਸ ਕਹਿ ਰਿਹਾ ਕਿ ਇੰਡੀਆ ਕੈਨੇਡਾ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਨਹੀਂ ਦੇ ਰਿਹਾ। ਇਹ ਕੈਨੇਡਾ ਵੱਲੋਂ ਰਿਪੋਰਟ ਆ ਰਹੀ ਆ, ਔਰ ਕੈਨੇਡਾ ਕਹਿੰਦਾ ਕਿ ਅਸੀਂ ਇੰਡੀਆ ਦੀਆਂ ਟੈਰੀਟਰੀਜ਼ ਦਾ, ਇੰਡੀਆ ਦੀ ਕੌਨਸਟੀਟਿਊਸ਼ਨ ਦਾ, ਇੰਡੀਆ ਦੇ ਸਭ ਕੁਝ ਦਾ ਅਸੀਂ ਰਿਗਾਰਡ ਕਰਦੇ ਹਾਂ, ਪਰ ਇੰਡੀਆ ਸਾਡੇ ਦਾ ਕਿਉਂ ਨਹੀਂ ਕਰਦਾ? ਸਾਡੀ ਧਰਤੀ ਦੇ ਉੱਤੇ ਇਹ ਕਤਲ ਕਿਉਂ ਕਰਵਾਏ? ਔਰ ਇੰਡੀਆ ਕਹਿੰਦਾ ਕਿ ਕੋਈ ਸਬੂਤ ਤਾਂ ਦਿਓ, ਕੋਈ ਪ੍ਰੂਫ ਤਾਂ ਕਰੋ, ਕਿਸ ਬੇਸ ਦੇ ਉੱਤੇ? ਹੁਣ ਇਹ तमाम ਗੱਲਾਂ ਇਸ ਵਕਤ ਚੱਲਦੀਆਂ ਪਈਆਂ ਨੇ, ਔਰ ਸੀਰੀਅਸ ਹੋ ਚੁੱਕਾ ਹੈ ਮਾਮਲਾ। ਇਸ ਦੇ ਉੱਤੇ ਕਾਫੀ ਕੁਝ ਹੋਣਾ ਬਾਕੀ ਹੈ, ਔਰ ਐਕਸਪਰਟਸ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਨੇ ਕਿ ਜਸਟਿਨ ਟਰੂਡੋ, ਉਹਨਾਂ ਦੀ ਪਪੂਲੈਰਿਟੀ, ਉਹਨਾਂ ਦੀ ਸਾਖ ਬਹੁਤ ਘਟ ਚੁੱਕੀ ਹੈ,
ਜਗਮੀਤ ਹੋਰਾਂ ਨੇ ਸਪੋਰਟ ਵਾਪਸ ਲੈ ਲਈ ਆ, ਇਸ ਕਰਕੇ ਉਹਨਾਂ ਦੀ ਆਪਣੀ ਹਾਲਤ ਜਸਟਿਨ ਟਰੂਡੋ ਦੀ ਖਸਤਾ ਹੈ, ਉਹਨਾਂ ਦੀ ਪਾਰਟੀ ਦੀ, ਔਰ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਰਿਪਲੇਸ ਕਰਨਾ ਚਾਹੁੰਦੀ ਹੈ ਪਾਰਟੀ। ਇਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਔਰ ਇਲੈਕਸ਼ਨਸ ਆਉਣ ਵਾਲੀਆਂ ਨੇ ਕੈਨੇਡਾ ਦੇ ਵਿੱਚ, ਉਹਨਾਂ ਨੂੰ ਦੇਖਦੇ ਹੋਏ ਇੱਕ ਨਵਾਂ ਸ਼ਗੂਫਾ ਛੱਡਿਆ ਹੈ ਜਸਟਿਨ ਟਰੂਡੋ ਨੇ, ਤਾਂ ਕਿ ਲੋਕਾਂ ਦਾ ਧਿਆਨ ਕੈਨੇਡਾ ਦੇ ਜਿਹੜੇ ਪੋਲੀਟੀਕਲ ਮੁੱਦੇ ਨੇ, ਸੋਸ਼ਲ ਮੁੱਦੇ ਨੇ, ਕੈਨੇਡਾ ਦੇ ਜਿਹੜੇ ਆਪਣੇ ਮੁੱਦੇ ਨੇ, ਉਹਨਾਂ ਤੋਂ ਹਟ ਕੇ ਇੱਧਰ ਚਲਾ ਜਾਏ, ਇੰਡੀਆ ਐਂਡ ਕੈਨੇਡਾ ਦੇ ਰਿਲੇਸ਼ਨਸ ਵੱਲ, ਤਾਂ ਕਿ ਉਹ ਕੁਝ ਨਾ ਕੁਝ ਬੇਸ ਬਣਾ ਕੇ ਵੋਟਾਂ ਜਿੱਤ ਸਕਣ ਔਰ ਕੁਝ ਕਮਿਊਨਿਟੀਜ਼ ਨੂੰ ਆਪਣੇ ਨਾਲ ਜੋੜ ਸਕਣ, ਆਪਣਾ ਵੋਟ ਬੈਂਕ ਤਿਆਰ ਕਰ ਸਕਣ। ਇਹ तमाम ਗੱਲਾਂ ਸਾਹਮਣੇ ਆ ਰਹੀਆਂ ਨੇ। ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।